ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਮੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਜਸ ਸਤਿਗੁਰ ਜਪਹਿ ਬਖਾਨਿਓ ਤਬ ਬੁੱਢੇ ਸਾਹਿਬ ਮਾਨਿਓ ਉਰ ਹੋਏ ਪ੍ਰਸਾਦ ਤਤਕਾਲਾ ਵਰਤਾਏ ਪ੍ਰਸਾਦ ਵਿਸਾਲਾ। ਜਸ ਸਤਿਗੁਰ ਜਪਹਿ ਬਖਾਨਿਓ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ
ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀ। ਆਓ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪ ਜੀ ਪੰਚਮ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰਵਣ ਕਰ ਰਹੇ ਹੋ। ਹਜੂਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸਿੱਖ ਸੰਗਤਾਂ ਨੂੰ ਤਾਰ ਰਹੇ ਹਨ। ਬੇਅੰਤ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਲਾਹੇ ਪ੍ਰਾਪਤ ਕਰ ਰਹੀਆਂ ਹਨ। ਮਹਾਰਾਜ ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹਰਗੋਬਿੰਦ ਸਾਹਿਬ ਜੀ ਨੂੰ ਜਿਹੜਾ ਤਾਪ ਚੜ੍ਹਿਆ ਸੀਗਾ, ਸਾਧ ਸੰਗਤ ਜੀ ਉਹ ਤਾਪ ਉਤਰ ਗਿਆ ਹੈ। ਖੁਸ਼ੀ ਦੇ ਵਿੱਚ ਆ ਕੇ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਆ। ਉਹਦੇ ਤੋਂ ਬਾਅਦ ਬਹੁਤ ਵੱਡਾ ਮਹਾਰਾਜ ਨੇ ਲੰਗਰ ਲਾਇਆ ਹੈ ਜੀ। ਚੇਤਾ ਰੱਖਿਓ, ਇਸ ਰਸਤੇ ਦੇ ਉੱਤੇ ਦਾਨ ਪੁੰਨ ਬੰਦੇ ਦੀ ਬਹੁਤ ਸਹਾਇਤਾ ਕਰਦਾ ਹੈ। ਜੇ ਕੋਈ ਆਖੇ ਮੈਂ ਧਾਰਮਿਕ ਬਣਾ ਪਰ ਦਾਨ ਪੁੰਨ ਨਾ ਕਰੇ, ਸਾਧ ਸੰਗਤ ਜੀ ਦਾਨ ਪੁੰਨ ਦੀ ਆਪਣੀ ਮਹਾਨਤਾ ਹੈ। ਕਿਸੇ ਨੂੰ ਪ੍ਰਸ਼ਾਦਾ ਛਕਾਉਣਾ, ਭੋਜਨ ਛਕਾਉਣਾ, ਇਹਦੀ ਆਪਣੀ ਮਹਾਨਤਾ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡਾ ਲੰਗਰ ਲਾਇਆ। ਸਿੱਖ ਸੰਗਤਾਂ ਨੇ, ਆਸੇ ਪਾਸੇ ਪਿੰਡਾਂ ਤੋਂ ਲੋਕਾਂ ਨੇ ਆ ਕੇ ਉਹ ਲੰਗਰ ਛਕਿਆ ਹੈ। ਸਾਰੇ ਬੜੇ ਪ੍ਰਸੰਨ ਹਨ। ਬਹੁਤ ਖੁਸ਼ੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਵਰਤ ਰਹੀਆਂ ਹਨ। ਬਾਬਾ ਪ੍ਰਿਥੀਆ ਜੀ ਵੱਖਰੇ ਰਹਿਣ ਲੱਗ ਪਏ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਮਨ ਵਿੱਚ ਫੁਰਨਾ ਬਣਾਇਆ ਹੈ, ਹਰਗੋਬਿੰਦ ਸਾਹਿਬ ਵੱਡੇ ਹੋ ਰਹੇ ਹੈ, ਇਹਨਾਂ ਨੂੰ ਪੜ੍ਹਨੇ ਪਾਉਣਾ ਚਾਹੀਦਾ ਹੈ। ਕਿਸੇ ਨਾ ਕਿਸੇ ਪਾਠਸ਼ਾਲਾ ਵਿਦਿਆਲੇ ਦੇ ਵਿੱਚ ਇਹਨਾਂ ਦੀ ਵਿੱਦਿਆ ਜਿਹੜੀ ਹੈ ਉਹ ਵੀ ਹੋਣੀ ਜ਼ਰੂਰੀ ਹੈ। ਸਾਧ ਸੰਗਤ ਜੀ ਇੱਕ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਨ ਲੱਗਾ ਹੈ। ਜਿਹੜੇ ਅਵਤਾਰੀ ਪੁਰਸ਼ ਹੁੰਦੇ ਆ ਨਾ, ਵਿੱਦਿਆ ਉਹਨਾਂ ਨੂੰ ਸਫੁਰ ਹੋ ਜਾਂਦੀ ਹੈ। ਸਫੁਰ ਦਾ ਪਤਾ ਕੀ ਭਾਵ ਹੈ ਕਿ ਐਵੇਂ ਹੀ ਉੱਤੋਂ ਥੋੜ੍ਹਾ ਜਿਹਾ ਹੀ ਸਿਖਾਉਣਾ ਪੈਂਦਾ ਹੈ, ਬਹੁਤਾ ਉਹ ਧੁਰੋਂ ਹੀ ਸਿੱਖ ਕੇ ਆਉਂਦੇ ਹੁੰਦੇ ਹੈ। ਸ੍ਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੁਰੋਂ ਹੀ ਸਿੱਖ ਕੇ ਆਏ ਹੈ। ਲੜੀਵਾਰ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਗੋਪਾਲ ਪਾਂਡੇ ਦੇ ਕੋਲ ਮਹਾਰਾਜ ਗਏ ਹੈ। ਪਹਿਲੇ ਦਿਨ ਹੀ ਮਹਾਰਾਜ ਨੇ ਸਾਰੀ 35 ਸੁਣਾ ਦਿੱਤੀ ਸੀਗੀ। ਮਹਾਰਾਜ ਮੌਲਵੀ ਦੇ ਕੋਲ ਗਏ ਆ ਤੇ ਅਰਬੀ ਭਾਸ਼ਾ, ਫਾਰਸੀ ਭਾਸ਼ਾ ਮਹਾਰਾਜ ਨੇ ਪਹਿਲੇ ਦਿਨ ਹੀ ਉਹਦਾ ਜਿਹੜਾ ਪਹਾੜਾ ਸੀਗਾ ਗੁਰੂ ਨਾਨਕ ਸਾਹਿਬ ਜੀ ਨੇ ਬਿਲਕੁਲ ਸਹੀ ਸੁਣਾ ਦਿੱਤਾ। ਮੌਲਵੀ ਵੀ ਮਹਾਰਾਜ ਅੱਗੇ ਹੱਥ ਜੋੜ ਕੇ ਬੈਠ ਗਿਆ ਸੀਗਾ। ਗੋਪਾਲ ਪਾਂਡਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ, ਬਚਨ ਸੁਣ ਕੇ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਕਹਿਣ ਲੱਗਾ ਮਹਿਤਾ ਸਾਹਿਬ, ਤੁਹਾਡੇ ਪੁੱਤਰ ਨੂੰ ਪੜ੍ਹਾਉਣਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਦੇ ਅੱਗੇ ਦੀਵਾ ਜਗਾਉਣਾ ਹੈ। ਇਹ ਤਾਂ ਸੂਰਜਵਤ ਹਨ, ਇਹਨਾਂ ਦੇ ਕੋਲ ਤਾਂ ਪਹਿਲਾਂ ਹੀ ਬੜਾ ਗਿਆਨ ਹੈ, ਮੈਂ ਇਹਨਾਂ ਨੂੰ ਕੀ ਪੜ੍ਹਾ ਸਕਦਾ ਹਾਂ। ਸਾਧ ਸੰਗਤ ਜੀ ਅਵਤਾਰੀ ਪੁਰਸ਼ ਧੁਰੋਂ ਹੀ ਪੜ੍ਹੇ ਹੁੰਦੇ ਹੈ, ਪੂਰਬਲੇ ਜਨਮਾਂ ਦੀ ਕਮਾਈ ਹੁੰਦੀ ਹੈ। ਇੱਥੇ ਤਾਂ ਸਿਰਫ ਉਹਨਾਂ ਨੇ ਪੜ੍ਹਨ ਦਾ ਨਾਮ ਕਰਨਾ ਹੁੰਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿੱਦਿਆ ਬਾਰੇ ਮਹਾਰਾਜ ਨੇ ਵਿਚਾਰ ਕੀਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿੱਦਿਆ ਦੇ ਬਾਰੇ ਵਿਚਾਰ ਬਾਬਾ ਮਹਾਦੇਵ ਜੀ ਨਾਲ ਮਹਾਰਾਜ ਨੇ ਕੀਤੀ। ਮਹਾਰਾਜ ਆਪ ਚੱਲ ਕੇ ਬਾਬਾ ਮਹਾਦੇਵ ਜੀ ਦੇ ਕੋਲ ਗਏ। ਆਪ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੀ ਨਿਮਰਤਾ ਦੇ ਬਾਰੇ ਸੁਣਿਆ। ਕਿੰਨੀ ਨਿਮਰਤਾ! ਵੱਡੇ ਭਰਾ ਦੇ ਕੋਲ ਚੱਲ ਕੇ ਗਏ ਆ, ਉਹਨਾਂ ਦੇ ਘਰ ਗਏ ਆ ਔਰ ਉਹਨਾਂ ਨੂੰ ਨਮਸਕਾਰ ਵੀ ਕੀਤੀ ਹੈ। ਬਾਬਾ ਮਹਾਦੇਵ ਜੀ ਨੂੰ ਪੁੱਛਿਆ
ਬਾਬਾ ਜੀ ਸਾਨੂੰ ਸਲਾਹ ਦਿਓ, ਹਰਗੋਬਿੰਦ ਸਾਹਿਬ ਤੁਹਾਡੇ ਦਾਸ ਨੇ, ਕਿਹਦੇ ਕੋਲੋਂ ਵਿੱਦਿਆ ਪੜਵਾਈਏ? ਕੌਣ ਇਹਨਾਂ ਨੂੰ ਵਿੱਦਿਆ ਪੜ੍ਹਾਏਗਾ? ਬਾਬਾ ਮਹਾਦੇਵ ਬੜੀ ਨਿਮਰਤਾ ਨਾਲ ਕਹਿਣ ਲੱਗੇ, ਕਹਿੰਦੇ ਮਹਾਰਾਜ, ਜੇ ਕੋਈ ਗੁਰੂ ਘਰ ਵਿੱਚ ਸਭ ਤੋਂ ਵੱਧ ਸਿਆਣਾ ਹੈ ਨਾ, ਉਹ ਬਾਬਾ ਬੁੱਢਾ ਸਾਹਿਬ ਹਨ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਸਿਖਾਓ। ਇਸ ਕੰਮ ਤੋਂ ਵਧੇਰੇ ਹੋਰ ਕੋਈ ਯੋਗ ਨਹੀਂ ਹੋ ਸਕਦਾ। ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਵੱਧ ਯੋਗ ਹਨ। ਸੋ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਸੱਦਿਆ। ਕਿੰਨਾ ਸਤਿਕਾਰ ਨਾਮ ਜਪਣ ਵਾਲਿਆਂ ਦਾ, ਬਾਣੀ ਪੜ੍ਹਨ ਵਾਲਿਆਂ ਦਾ ਕਿੰਨਾ ਸਤਿਕਾਰ ਕਰਦੇ ਮਹਾਰਾਜ। ਬਾਬਾ ਬੁੱਢਾ ਸਾਹਿਬ ਤਾਂ ਆਦਿ ਸਿੱਖ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ, ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕੀਤੇ, ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ, ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕੀਤੇ। ਹਰਗੋਬਿੰਦ ਸਾਹਿਬ ਜੀ ਨੂੰ ਵਿੱਦਿਆ ਪੜ੍ਹਾਉਣ ਦੀ ਜ਼ਿੰਮੇਵਾਰੀ ਲੱਗਣ ਲੱਗੀ ਹੈ ਜੀ। ਕਿੰਨਾ ਵੱਡਾ ਜੀਵਨ ਬਾਬਾ ਬੁੱਢਾ ਸਾਹਿਬ ਜੀ ਦਾ। 5 ਸਿੱਖ ਮਹਾਰਾਜ ਨੇ ਬਾਬਾ ਜੀ ਦੇ ਕੋਲ ਭੇਜੇ। 5 ਸਿੱਖਾਂ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ, ਜਾ ਕੇ ਬੇਨਤੀ ਕੀਤੀ ਹੈ, ਬਾਬਾ ਜੀ ਆਪ ਜੀ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਸੱਦ ਰਹੇ ਨੇ। ਤੁਸਾਂ ਸਰਵਣ ਕੀਤਾ ਸੰਗਤ ਜੀ। ਜਦੋਂ ਮਹਾਰਾਜ ਨੇ ਸੁਣਿਆ ਕਿ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਨੇ ਸੁਣਿਆ ਮੈਨੂੰ ਗੁਰੂ ਅਰਜਨ ਸਾਹਿਬ ਜੀ ਨੇ ਸੱਦਿਆ, ਬਾਬਾ ਜੀ ਨੇ ਸਾਰੇ ਕੰਮ ਵਿੱਚ ਹੀ ਛੱਡ ਦਿੱਤੇ ਜੀ। ਉਹਦਾ ਕਾਰਨ ਸਤਿਗੁਰੂ ਜੀ ਦੇ ਹੁਕਮ ਤੋਂ ਵੱਧ ਸਿੱਖ ਵਾਸਤੇ ਕੋਈ ਕਾਰਜ ਨਹੀਂ ਹੈ। ਬਾਬਾ ਬੁੱਢਾ ਸਾਹਿਬ ਉਸੇ ਵੇਲੇ ਹੀ ਤਿਆਰਾ ਕੀਤਾ, ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹੈ। ਜਦੋਂ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹੈ ਤਾਂ ਸਾਧ ਸੰਗਤ ਜੀ ਗੁਰੂ ਅਰਜਨ ਸਾਹਿਬ ਆਪ ਉੱਠ ਕੇ ਮਿਲੇ ਹੈ, ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਪ੍ਰਸ਼ਾਦ ਦਾ ਥਾਲਾ ਬਾਬਾ ਜੀ ਦੇ ਅੱਗੇ ਰੱਖਿਆ। ਮਹਾਰਾਜ ਗੁਰੂ ਅਰਜਨ ਸਾਹਿਬ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਜਿੱਥੇ ਤੁਸੀਂ ਹੋਰ ਗੁਰੂ ਘਰ ਵਿੱਚ ਬਹੁਤ ਮਹਾਨ ਸੇਵਾਵਾਂ ਕੀਤੀਆਂ ਨੇ, ਕਹਿਣ ਲੱਗੇ ਹੁਣ ਇੱਕ ਹੋਰ ਕਾਰਜ ਕਰਨਾ ਹੈ, ਹਰਗੋਬਿੰਦ ਜੀ ਨੂੰ ਗੁਰਮੁਖੀ ਵਿੱਦਿਆ ਪੜ੍ਹਾਉਣੀ ਹੈ। ਕਹਿਣ ਲੱਗੇ, ਗੱਜ ਕੇ ਆਖੋ ਇਹ ਇਹਨਾਂ ਤੇ ਕਿਰਪਾ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਲਏ। ਸਾਧ ਸੰਗਤ ਜੀ ਸਾਰਿਆਂ ਨੂੰ ਵਡਿਆਈ ਨਹੀਂ ਪਚਦੀ। ਵਡਿਆਈ ਨੂੰ ਪਹੁੰਚਾਉਣ ਵਾਸਤੇ ਵੀ ਅਵਸਥਾ ਚਾਹੀਦੀ ਹੈ। ਅਵਸਥਾ ਨਾ ਹੋਵੇ ਵਡਿਆਈ ਨਹੀਂ ਪਚਦੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਮੈਂ ਤੁਹਾਡੇ ਘਰ ਵਿੱਚ ਘਾਹ ਦੀ ਰਾਖੀ ਕਰਨ ਵਾਲਾ ਹਾਂ। ਮਹਾਰਾਜ ਮੈਂ ਕੀ ਬਾਲਕ ਹਰਗੋਬਿੰਦ ਜੀ ਨੂੰ ਵਿੱਦਿਆ ਪੜ੍ਹਾਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਮੈਂ ਘਾਹ ਦੀ ਰਾਖੀ ਕਰਨ ਵਾਲਾ ਹਾਂ, ਮੈਨੂੰ ਕੋਈ ਵਿੱਦਿਆ ਨਹੀਂ ਆਉਂਦੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਪਣੇ ਸ਼੍ਰੀ ਕੰਠ ਤੋਂ ਕਹਿੰਦੇ ਆ, ਬਾਬਾ ਜੀ ਇਸ ਸੰਸਾਰ ਵਿੱਚ ਉਹ ਵਿੱਦਿਆ ਹੀ ਨਹੀਂ ਬਣੀ ਜਿਹੜੀ ਤੁਹਾਨੂੰ ਨਹੀਂ ਆਉਂਦੀ। ਕਹਿਣ ਦੇ ਤੁਹਾਨੂੰ ਸਾਰੀ ਵਿੱਦਿਆ ਆਉਂਦੀ ਹੈ। ਐਸੀ ਵਿੱਦਿਆ ਨਹੀਂ ਹੈ ਜਿਹੜੀ ਤੁਹਾਨੂੰ ਨਾ ਫੁਰੇ। ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਬਾਣੀ 'ਚ ਕਹਿੰਦੇ ਆ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਵਾਹਿਗੁਰੂ ਦਾ ਜਿਹੜਾ ਸਿਮਰਨ ਕਰਦਾ ਸਾਧ ਸੰਗਤ ਜੀ ਉਹਨੂੰ ਸਭ ਕੁਝ ਸੁਝਣ ਲੱਗ ਪੈਂਦਾ ਹੈ। ਭਾਵ ਕੁਝ ਸਿੱਖਣ ਦੀ ਲੋੜ ਨਹੀਂ ਹੁੰਦੀ, ਉਹਨੂੰ ਆਪੇ ਹੀ ਸਭ ਕੁਝ ਆ ਜਾਂਦਾ। ਬਾਬਾ ਜੀ ਇਹੋ ਜਿਹੀ ਕੋਈ ਵਿੱਦਿਆ ਨਹੀਂ ਹੈ ਜਿਹੜੀ ਤੁਹਾਨੂੰ ਨਹੀਂ ਆਉਂਦੀ। ਗੁਰਮੁਖਾਂ ਨੇ ਇਹ ਵੀ ਬਚਨ ਸੁਣਾਇਆ। ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਨੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਬਾਲ ਅਵਸਥਾ ਵਿੱਚ ਬੁੱਢੇ ਕਿਵੇਂ ਹੋਣਾ ਹੈ ਇਹ ਮੇਰੇ ਪੁੱਤਰ ਨੂੰ ਸਿਖਾ ਦਿਓ। ਕਹਿਣ ਦੇ ਜਿਵੇਂ ਤੁਹਾਡੇ ਤੇ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ, ਬਾਬਾ ਜੀ ਗਦ ਗਦ ਹੋ ਗਏ ਹੈ। ਆਪਣੇ ਗੁਰੂ ਦਾ ਹੁਕਮ ਵੀ ਬਾਬਾ ਜੀ ਟਾਲ ਨਹੀਂ ਸਕਦੇ। ਹੁਣ ਅੱਗੋਂ ਆਪਾਂ ਕਥਾ ਸਰਵਣ ਕਰਨੀ ਹੈ। ਸਾਰੀ ਸੰਗਤ ਪ੍ਰੇਮ ਵਿੱਚ ਆਓ,
ਕਹੋ ਸਾਰੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਚੌਪਈ। ਜਸ ਸਤਿਗੁਰ ਜਪਹਿ ਬਖਾਨਿਓ। ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਇਸ ਤਰ੍ਹਾਂ ਕਿਹਾ, ਬਾਬਾ ਜੀ ਵਿਦਿਆ ਤੇ ਤੁਸੀਂ ਸਿਖਾਓਗੇ। ਕਹਿੰਦੇ ਜਿਸ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਨੇ ਬਾਬਾ ਜੀ ਨੂੰ ਕਿਹਾ ਹੈ, ਤਬ ਬੁੱਢੇ ਸਾਹਿਬ ਮਾਨਿਓ। ਬਸ ਉਸੇ ਵੇਲੇ ਹੀ ਬਾਬਾ ਬੁੱਢਾ ਸਾਹਿਬ ਜੀ ਫਿਰ ਮੰਨ ਗਏ ਜੀ। ਚੇਤਾ ਰੱਖਿਓ, ਬਾਬਾ ਜੀ ਨੇ ਆਪਣੀ ਸਾਰੀ ਉਮਰ ਸਤਿਗੁਰੂ ਜੀ ਦਾ ਹੁਕਮ ਨਹੀਂ ਮੋੜਿਆ ਜੀ। ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲੱਗੀ, ਬਾਬਾ ਜੀ ਨੇ ਸਤ ਬਚਨ ਹੀ ਕੀਤਾ ਜੀ। ਵਿਰਲੇ ਸਰੀਰ ਹੁੰਦੇ ਆ ਜਿਹੜੇ ਹੁਕਮ ਨਹੀਂ ਮੋੜਦੇ, ਨਹੀਂ ਤੇ ਕੋਈ ਨਾ ਕੋਈ ਹੁਕਮ ਬੰਦਾ ਮੋੜ ਹੀ ਦਿੰਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਉਸੇ ਵੇਲੇ ਹੀ ਬਚਨ ਮੰਨ ਲਿਆ ਹੈ। ਹਾਂਜੀ। ਉਰ ਹੋਏ ਪ੍ਰਸਾਦ ਤਤਕਾਲ। ਮਨ ਵਿੱਚ ਖੁਸ਼ੀ ਧਾਰਨ ਕਰਕੇ ਨਾ ਬਾਬਾ ਜੀ ਨੇ ਵਰਤਾਏ ਪ੍ਰਸਾਦ ਵਿਸਾਲਾ। ਉਹ ਜਿਹੜਾ ਪ੍ਰਸ਼ਾਦ ਬਾਬਾ ਬੁੱਢਾ ਸਾਹਿਬ ਜੀ ਅੱਗੇ ਰੱਖਿਆ, ਕਿਉਂ ਵੇਖੋ ਨਾ, ਜਦੋਂ ਅਸੀਂ ਵੀ ਬੱਚੇ ਨੂੰ ਪੜ੍ਹਨ ਪਾਉਂਦੇ ਆ, ਟੀਚਰ ਕੋਲ ਖੜਦੇ ਆ, ਕੋਈ ਮਿੱਠਾ ਲੈ ਕੇ ਜਾਂਦੇ ਆ, ਕੋਈ ਜੁਗਤ ਮਰਿਆਦਾ ਵਰਤਦੇ ਆ, ਉਹ ਜਿਹੜਾ ਪ੍ਰਸ਼ਾਦ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਜੀ ਨੂੰ ਭੇਟਾ ਕੀਤਾ ਸੀ ਨਾ, ਬਾਬਾ ਜੀ ਨੇ ਸਾਰਾ ਸੰਗਤ ਵਿੱਚ ਵੰਡ ਦਿੱਤਾ। ਗੁਰ ਅਗਰ ਨਿਵਾਇਓ ਮਾਥਾ। ਤੇ ਫਿਰ ਬਾਬਾ ਜੀ ਨੇ ਕੀ ਕੀਤਾ? ਬਾਬਾ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਜੀ। ਹਾਂਜੀ। ਗਹਿ ਪਟਿਆ ਆਪਣਾ ਹੱਥਾ। ਤੇ ਫਿਰ ਪੱਟੀ ਮਹਾਰਾਜ ਨੇ ਪਹਿਲਾਂ ਹੀ ਤਿਆਰ ਰੱਖੀ ਸੀ ਫੱਟੀ। ਉਹ ਤੁਸੀਂ ਸਿਆਣੇ ਬੈਠੇ ਤੇ ਪਹਿਲਾਂ ਫੱਟੀ ਪੋਚਣੀ ਪੈਂਦੀ ਸੀਗੀ ਜੀ। ਫੱਟੀ ਪੋਚਣ ਦੀ ਜਾਚ ਸਿਖਾਉਣੀ ਪੈਂਦੀ ਸੀ ਨਿਆਣਿਆਂ ਨੂੰ, ਤੇ ਫਿਰ ਜਾ ਕੇ ਉਹਦੇ ਤੇ ਅੱਖਰ ਪਾਉਣੇ ਸਿਖਾਉਂਦੇ ਸੀਗੇ। ਫੱਟੀ ਪੋਚ ਕੇ ਪਹਿਲਾਂ ਹੀ ਤਿਆਰ ਕੀਤੀ ਹੋਈ ਸੀਗੀ, ਤੇ ਬਾਬਾ ਜੀ ਨੇ ਉਹ ਆਪਣੇ ਹੱਥ ਵਿੱਚ ਫੜੀ ਜੀ। ਹਾਂਜੀ। ਸਭ 35 ਲਿਖ ਕਰ ਦੀਨੀ। ਤੇ ਫਿਰ ਨਾ ਬਾਬਾ ਬੁੱਢਾ ਸਾਹਿਬ ਨੇ ਆਪ ਸਾਰੀ 35 ਉਸ ਫੱਟੀ ਤੇ ਲਿਖੀ ਜੀ। ਤੇ ਹੁਣ ਮਾਫ ਕਰਿਓ, ਮੈਂ ਸਮੇਤ ਆਪਣੇ ਗੱਲ ਕਰਦਾ। ਊੜਾ ਐੜਾ ਈੜੀ ਸੱਸਾ ਹਾ ਕੱਕਾ ਖੱਖਾ ਗੱਗਾ, ਸਾਰਿਆਂ ਨੂੰ ਜ਼ਬਾਨੀ ਯਾਦ ਨਹੀਂ ਹੋਣਾ ਜੀ, ਭੁੱਲ ਜਾਂਦੇ ਐ ਸਾਰੇ ਜੀ। ਤੇ ਮੈਨੂੰ ਮਾਫ ਕਰਿਓ, ABC ਪਤਾ ਕਿੰਨੀ ਰਚੀ ਹੈ ਸਾਡੇ ਅੰਦਰ, ਉਹ ਜ਼ੁਬਾਨੀ ਯਾਦ ਹੋਣੀ ਹੈ ਹੁਣੇ ਸਾਰਿਆਂ। ਐ ਵੇਖਿਓ, ਜੇ ਪੁੱਛ ਲਈਏ ਨਾ ਕਿਸੇ ਨੂੰ, ਤੇ ਐਨ ਜਿਵੇਂ ਪੱਖਾ ਚੱਲਦਾ ਨਾ ਪੂਰੀਆਂ ਸਪੀਡਾਂ 'ਚ, ਉਵੇਂ ABC ਬੋਲਣੀ ਹੈ। ਤੇ ਜਦੇ ਕਹਿ ਦਈਏ ਵੀ ਪੰਜਾਬੀ ਦਾ ਊੜਾ ਐੜਾ ਸਿਖਾ ਦਿਓ, ਸੁਣਾ ਦਿਓ, ਉਹ ਕੜੁੱਕਾ ਜਿਵੇਂ ਚੱਲਦਾ ਆੜ ਆੜ ਕੇ, ਫਿਰ ਉਵੇਂ ਸੁਣਾਉਣਾ ਸਾਰਿਆਂ ਨੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਇੰਨਾ ਕੁ ਵਫਾਦਾਰੀ ਹੈ ਨਾ ਫਿਰ ਸਾਡੀ ਮਾਂ ਬੋਲੀ ਦੇ ਨਾਲ, ਆਪਾਂ ਇੰਨੇ ਕੁ ਵਫਾਦਾਰ ਆ। ਸਭ 35 ਲਿਖ ਕਰ ਦੀਨੀ। ਬਾਬਾ ਬੁੱਢਾ ਜੀ ਨੇ ਉਸੇ ਵੇਲੇ 35 ਅੱਖਰ ਜਿਹੜੇ ਸਨ ਉਹ ਲਿਖ ਕੇ ਦਿੱਤੇ ਆ ਫੱਟੀ ਦੇ ਉੱਤੇ। ਹਰ ਗੋਬਿੰਦ ਜੀ ਕਰ ਲੀਨੀ। ਤੇ ਪਤਾ ਕੀ ਕੀਤਾ? ਪਾਸ ਖਲੋਤੇ ਹਰ ਗੋਬਿੰਦ ਸਾਹਿਬ ਉਹਨਾਂ ਨੂੰ ਫੜਾ ਦਿੱਤੀ ਜੀ। ਉਹਨਾਂ ਨੇ ਆਪ ਫੜ ਲਈ ਜੀ, ਉਹ 35 ਫੱਟੀ ਫੜ ਲਈ ਜੀ। ਪਰ ਬਾਬਾ ਜੀ ਬੜੇ ਸਿਆਣੇ ਹੈ। ਫੱਟੀ ਦੇ ਉੱਤੇ ਸਭ ਤੋਂ ਪਹਿਲਾਂ ਕੀ ਲਿਖਿਆ ਉਹ ਸੁਣੋ। ਕਹਿ ਪ੍ਰਥਮੈ ਓੰਕਾਰਾ। ਸਭ ਤੋਂ ਪਹਿਲਾਂ ਲਿਖਿਆ ਹੈ ਇੱਕ ਓੰਕਾਰ। ਤੇ ਮੈਂ ਕੱਲ ਵੀ ਕਿਤੇ ਕਥਾ ਕਰ ਰਿਹਾ ਸਾਂ, ਉੱਥੇ ਬੇਨਤੀ ਕੀਤੀ ਸੀ, ਅੱਜ 80% ਕੌਮ ਨੂੰ ਇੱਕ ਓੰਕਾਰ ਕਹਿਣਾ ਨਹੀਂ ਆਉਂਦਾ ਹੈ ਜੀ। ਇਹਦਾ ਮਤਲਬ ਪਹਿਲੀ ਪੜ੍ਹਾਈ ਜਿਹੜੀ ਆ ਉਹ ਹੀ ਨਹੀਂ ਅਜੇ ਆਰੰਭ ਹੋਈ ਜੀ। ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ
ਇੱਕ ਓੰਕਾਰ ਲਿਖਿਆ ਹੈ। ਹਾਂਜੀ, ਸਤਿਗੁਰੂ ਪ੍ਰਸਾਦ ਉਚਾਰਾ। ਤੇ ਫਿਰ ਸਤਿਗੁਰ ਪ੍ਰਸਾਦ ਲਿਖਿਆ। ਹੁਣ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ, ਗੋਦ 'ਚ ਬਿਠਾ ਕੇ ਕਹਿੰਦੇ, ਪੁੱਤਰ ਜੀ, ਬਾਲਕ ਜੀ, ਬੋਲੋ ਇੱਕ ਓੰਕਾਰ। ਆਪ ਦੀ ਵੀ ਸਾਰੇ ਉਚਾਰਨ ਕਰੋ, ਇੱਕ ਓੰਕਾਰ। ਤੇ ਹਰਗੋਬਿੰਦ ਸਾਹਿਬ ਛੋਟੀ ਉਮਰ ਦੇ ਬਾਲਕ ਨੇ, ਤੇ ਜਿਵੇਂ ਬਾਲਕ ਫਿਰ ਤੋਤਲੀ ਦੀ ਆਵਾਜ਼ ਵਿੱਚ ਬਚਨ ਕਰਦਾ, ਉਚਾਰਦਾ, ਉਵੇਂ ਹੀ ਮਹਾਰਾਜ ਨੇ ਇੱਕ ਓੰਕਾਰ ਆਖਿਆ। ਫਿਰ ਸਤਿਗੁਰ ਪ੍ਰਸਾਦ ਇਹ ਉਚਾਰਨ ਕਰਵਾਇਆ ਬਾਬਾ ਜੀ ਨੇ, ਵੀ ਪਹਿਲਾਂ ਇਹ ਬੋਲੋ। ਹਾਂਜੀ, ਸਭ ਅਖਰ ਆਦ ਉਕਾਰਾ। ਹਾਂਜੀ, ਪਠ ਲੀਨੇ ਅੰਤ ੜਕਾਰਾ। ਤੇ ਫਿਰ ਊੜੇ ਤੋਂ ਲੈ ਕੇ ਰਾੜੇ ਤੱਕ ਬਾਬਾ ਬੁੱਢਾ ਸਾਹਿਬ ਜੀ ਆਪ ਅੱਗੇ ਅੱਗੇ, ਹਰਗੋਬਿੰਦ ਜੀ ਨੂੰ ਮਗਰ ਲਾਇਆ, ਉਹ ਪਿੱਛੇ ਪਿੱਛੇ ਉਚਾਰ ਰਹੇ ਹਨ ਜੀ। ਆਪ ਅੱਗੇ ਅੱਗੇ ਬੋਲਦੇ ਆ। ਊੜਾ ਗੋਦ 'ਚ ਬਿਠਾ ਕੇ ਬਾਬਾ ਬੁੱਢਾ ਸਾਹਿਬ, ਕਿੱਡਾ ਸੋਹਣਾ ਮਾਹੌਲ ਹੋਏਗਾ ਜੀ। ਗੋਦ 'ਚ ਬਿਠਾ ਕੇ ਬੋਲੋ ਊੜਾ, ਉਹ ਊੜਾ ਬੋਲਦੇ ਆ। ਐੜਾ, ਐੜੇ ਦੀ ਆਵਾਜ਼ ਕੱਢਦੇ ਆ। ਈੜੀ, ਉਹ ਈੜੀ ਦੀ ਆਵਾਜ਼ ਕੱਢਦੇ ਆ। ਇੱਕ ਇੱਕ ਅੱਖਰ ਦੱਸਿਆ, ਇੱਕ ਇੱਕ ਅੱਖਰ ਦੀ ਪਛਾਣ ਕਰਾਈ ਹੈ। ਉਸ ਅੱਖਰ ਨੂੰ ਬੋਲਣਾ ਕਿਵੇਂ ਹੈ ਇਹ ਦੱਸਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਕਹੋਗੇ ਵੀ ਵਿਦਿਆ ਤੇ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਤੇ ਸਾਨੂੰ ਪੜ੍ਹਾਉਣ ਲੱਗ ਪਿਆ ਹੈ, ਪਰ ਮੈਨੂੰ ਮਾਫ ਕਰਿਓ, ਅਜੇ ਤੱਕ ਸਾਡੇ ਬੰਦਿਆਂ ਨੂੰ ਊੜੇ ਐੜੇ ਦੇ ਵਿੱਚ, ਪੈਂਤੀ ਦੇ ਵਿੱਚ ਗੰਗਾ ਉਚਾਰਨ ਕਰਨਾ ਨਹੀਂ ਆਉਂਦਾ ਹੈ ਜੀ। ਗੰਗਾ ਕਿਵੇਂ ਉਚਾਰਨ ਕਰਨਾ? ਸਿੰਘ ਬਜ਼ੁਰਗ ਸੰਥਾ ਕਰਦੇ, ਬੜਾ ਚੰਗਾ ਉਦਮ ਹੈ। ਇਹਨਾਂ ਤੋਂ ਬਲਿਹਾਰ ਜਾਈਏ, ਪਰ ਬੜਾ ਲੰਮਾ ਸਮਾਂ ਲੱਗਾ। ਕਿਛ ਛੱਛਾ ਬੁਲਾਉਣ ਵਾਸਤੇ ਉਹ ਛੱਛਾ ਹੀ ਬੋਲਦੇ ਸਨ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਉਹ ਛੱਛਾ ਬੋਲਦੇ ਆ ਉੱਥੇ। ਸਤਿਗੁਰੂ ਨੇ ਛੱਛਾ ਨਹੀਂ ਲਿਖਿਆ, ਮਹਾਰਾਜ ਨੇ ਕੀ ਲਿਖਿਆ? ਛੱਛਾ। ਕਿਛ ਅੰਤ ਨਹੀਂ, ਕਿਛ ਪਾਰਾਵਾਰ। ਸੋ ਬਾਬਾ ਜੀ ਨੇ ਸਾੜਾ ਰਾੜੇ ਤੱਕ ਇੱਕ ਇੱਕ ਅੱਖਰ ਨੂੰ ਬੋਲਣਾ ਸਿਖਾਇਆ, ਲਿਖਣਾ ਸਿਖਾਇਆ ਹੈ। ਦਿਨ ਪ੍ਰਥਮ ਪਠਤ ਭਏ ਏਤਾ। ਪਹਿਲੇ ਦਿਨ ਹੀ ਇੰਨਾ ਪੜ੍ਹਿਆ ਸੀਗਾ ਜੀ। 35 ਪੜ੍ਹਦੇ, ਬਾਣੀ ਦੇ ਪਹਿਲੇ ਅੱਖਰ ਬੋਲਣੇ ਸਿਖਾਏ। ਹਾਂਜੀ, ਪੁੰਨ ਦਿਓਸ ਦੁਤੀ ਕਰ ਚੇਤਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਪਹਿਲੇ ਦਿਨ ਤੇ ਕਿਸੇ ਬੱਚੇ ਨੂੰ ਪੂਰੀ ਦੀ ਪੂਰੀ 35 ਯਾਦ ਨਹੀਂ ਨਾ ਹੁੰਦੀ। ਮੁਹਾਰਨੀ ਯਾਦ ਨਹੀਂ ਹੁੰਦੀ। ਐੜਾ ਮੁਕਤਾ ਅ, ਐੜੇ ਕੰਨਾ ਆ, ਇਹ ਗੱਲਾਂ ਕਿੱਥੋਂ ਯਾਦ ਹੁੰਦੀਆਂ? ਪਰ ਪਹਿਲੇ ਦਿਨ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਹਰਗੋਬਿੰਦ ਸਾਹਿਬ ਜੀ ਨੂੰ ਪੜ੍ਹਾਇਆ, ਇਹ ਚੀਜ਼ਾਂ ਸਿਖਾਈਆਂ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੇ ਦਿਨ ਹੀ ਸਾਰਾ ਕੁਝ ਯਾਦ ਕਰਕੇ ਦੂਜੇ ਦਿਨ ਬਾਬਾ ਜੀ ਨੂੰ ਜ਼ੁਬਾਨੀ ਸੁਣਾ ਦਿੱਤਾ ਜੀ ਸਾਰਾ ਕੁਝ। ਧੁਰੋਂ ਪੜੇ ਪੜ੍ਹਾਏ ਆਏ ਆ ਨਾ। ਹਾਂਜੀ, ਪਠ ਲੀਨ ਮੁਹਾਰਨ ਸਾਰੀ। ਹਾਂਜੀ, ਲਗ ਲਾਗੇ ਜਥਾ ਉਚਾਰੀ। ਬਾਬਾ ਜੀ ਹੁਣ ਕੋਲ ਰੱਖਦੇ ਹਰਗੋਬਿੰਦ ਸਾਹਿਬ ਜੀ ਨੂੰ ਜੀ, ਬਿਲਕੁਲ ਕੋਲ ਰੱਖਦੇ ਆ, ਪਾਸ ਰੱਖਦੇ ਆ, ਤੇ ਐ ਲਗਾਂ ਮਾਤਰਾਂ ਦਾ ਜਿਵੇਂ ਉਚਾਰਨ ਹੁੰਦਾ। ਇੱਕੋ ਦਿਨ ਦੇ ਵਿੱਚ ਹਰਗੋਬਿੰਦ ਸਾਹਿਬ ਜੀ ਨੇ ਸਾਰਾ ਕੁਝ ਹੀ ਸਿੱਖ ਲਿਆ ਜੀ, ਇੱਕੋ ਦਿਨ ਹੀ ਜੀ। ਹਾਂਜੀ, ਦਿਨ ਤ੍ਰਿਤੀਏ ਪਾਵਤ ਨਾਵੇ। ਦੂਜੇ ਦਿਨ ਮੁਹਾਰਨੀ, ਸਿਹਾਰੀਆਂ ਬਿਹਾਰੀਆਂ, ਔਂਕੜਾਂ ਦੁਲੈਂਕੜਾਂ, ਕੰਨੇ, ਸਾਰੀਆਂ ਗੱਲਾਂ ਯਾਦ ਕਰ ਲਈਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਦਿਨ ਤ੍ਰਿਤੀਏ ਪਾਵਤ ਨਾਵੇਂ, ਫਿਰ ਨਾਵੇਂ ਪਾਉਣੇ ਸਿਖਾਏ ਜਾਂਦੇ ਆ ਜੀ। ਉਹ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਦੱਸਿਆ, ਜਿਮ ਬੁੱਢਾ ਬਾਕ ਅਲਾਵੈ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਅੱਗੇ ਉਚਾਰਨ ਕਰਦੇ ਆ, ਹਰਗੋਬਿੰਦ ਸਾਹਿਬ ਬੋਲ ਸੁਣਦੇ ਆ ਬੜੇ ਧਿਆਨ ਨਾਲ। ਹਾਂਜੀ, ਪਟਿਆ ਲਿਖ ਨਾਵਨ ਪੂਰੀ। ਤੇ ਸਭ ਨਾਵਿਆਂ ਦੇ ਨਾਲ ਫਟੀਆਂ ਦੇ ਉੱਤੇ ਬਾਬਾ ਜੀ ਲਿਖਦੇ ਆ,
ਦੂਜੀ ਫੱਟੀ ਤੇ ਹਰਗੋਬਿੰਦ ਜੀ ਵੇਖ ਵੇਖ ਕੇ ਲਿਖਦੇ ਆ ਜੀ। ਲਿਖਣਾ ਵੀ ਆ ਗਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਕਈ ਸਮਾਂ ਤੇ ਬੱਚਿਆਂ ਨੂੰ ਪਹਿਲਾਂ ਟੀਚਰ ਹੱਥ ਨਾਲ ਆਪ ਹੱਥ 'ਚ ਹੱਥ ਲੈ ਕੇ ਬੱਚਿਆਂ ਦਾ ਫਿਰ ਊੜਾ ਐੜਾ ਪਾਉਣਾ ਦੱਸਦੇ ਆ, ਇੱਕ ਲਿਖਣਾ ਦੱਸਦੇ ਆ। ਇਹ ਕੁਝ ਵੀ ਨਹੀਂ ਕਰਨਾ ਪਿਆ ਜੀ, ਉਹ ਬਸ ਵੇਖ ਕੇ ਉਸੇ ਵੇਲੇ ਹੀ ਵਾਹ ਦੇਣਾ, ਉਸੇ ਵੇਲੇ ਹੀ ਲਿਖ ਦੇਣਾ ਜੀ ਉਹਨਾਂ ਨੇ। ਹਾਂਜੀ, ਮੁਖ ਬਾਣੀ ਉਚਰਤ ਰੂਰੀ। ਜਿਵੇਂ ਬਾਬਾ ਬੁੱਢਾ ਜੀ ਮੁੱਖੋਂ ਉਚਾਰਦੇ ਆ, ਉਵੇਂ ਹੀ ਹਰਗੋਬਿੰਦ ਜੀ ਵੀ ਆਪਣੇ ਮੁੱਖੋਂ ਬਹੁਤ ਹੀ ਸੋਹਣਾ ਉਚਾਰਦੇ ਆ ਜੀ, ਬਹੁਤ ਹੀ ਸੋਹਣਾ ਉਚਾਰਦੇ। ਅੱਖਰ ਹੀ ਨਹੀਂ ਬੋਲੇ ਜਾਂਦੇ ਸਾਧ ਸੰਗਤ ਜੀ। ਕਈ ਵਿਦਿਆ ਪੜ੍ਹਨੀ ਸੌਖੀ ਬਾਤ ਥੋੜ੍ਹੀ ਹੈ। ਇਹ ਤਾਂ ਜਿਹੜੇ ਵਿਦਵਾਨ ਹੁੰਦੇ ਆ, ਇਹ ਵੀ ਇੱਕ ਹਿਸਾਬ ਨਾਲ ਵਿਦਿਆ ਦੇ ਅਵਤਾਰ ਹੀ ਹੁੰਦੇ ਆ ਜੀ। ਹਾਂਜੀ, ਸਭ ਵਿਦਿਆ ਕਾਰਨ ਜੋਈ। ਹਾਂਜੀ। ਲਗ ਪੜਨ ਗੁਰਮੁਖੀ ਸੋਈ। ਕਹਿੰਦੇ ਹਰਗੋਬਿੰਦ ਜੀ ਜਿਹੜੇ ਆਪ ਹੀ ਸਾਰੀ ਵਿਦਿਆ ਦਾ ਕਾਰਨ ਹਨ। ਗੱਜ ਕੇ ਆਖੋ ਵਾਹਿਗੁਰੂ। ਇਹਦਾ ਮਤਲਬ ਪਤਾ ਕੀ ਹੈ? ਇਹਦਾ ਮਤਲਬ ਇਹ ਹੈ ਗੁਰੂ ਸਾਹਿਬ ਸਾਰੀ ਵਿਦਿਆ ਨੂੰ ਬਣਾਉਣ ਵਾਲੇ ਹੀ ਆਪ ਨੇ, ਤੇ ਪੜ੍ਹਨੀ ਉਹਨਾਂ ਵਾਸਤੇ ਕਿਹੜੀ ਗੱਲ ਹੈਗੀ ਹੈ ਜੀ, ਲਿਖਣੀ ਉਹਨਾਂ ਵਾਸਤੇ ਕਿਹੜੀ ਗੱਲ ਹੈਗੀ ਹੈ। ਉਹ ਤੇ ਸਭ ਵਿਦਿਆ ਨੂੰ ਅੱਖਰਾਂ ਨੂੰ ਬਣਾਉਣ ਵਾਲੇ ਉਹਨਾਂ ਦੇ ਕਾਰਨ ਹੀ ਆਪ ਹਨ। ਲਗ ਪੜਨ ਗੁਰਮੁਖੀ ਸੋਈ। ਸੋ ਬਹੁਤ ਛੇਤੀ ਸਭ ਵਿਦਿਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਗੁਰਮੁਖੀ ਪੜਨ ਲੱਗ ਪਏ ਜੀ। ਹਾਂਜੀ, ਤਨ ਮਾਨ ਖਤਾਰਿਓ ਜੈਸੇ। ਹਾਂਜੀ, ਨਿਰਬਾਹ ਸਵਾਂਗ ਕਹੋ ਤੈਸੇ। ਤਨ ਮਾਨੁਖ ਧਾਰਿਓ ਜੈਸੇ, ਕਹਿਣ ਲੱਗੇ ਨਿਰਬਾਹ ਸਵਾਂਗ ਕਹੋ ਤੈਸੇ। ਗੱਜ ਕੇ ਆਖੋ ਵਾਹਿਗੁਰੂ। ਬਸ ਮਹਾਰਾਜ ਨਾ, ਜਿਵੇਂ ਮੈਂ ਇਹਨੂੰ ਇੰਗਲਿਸ਼ ਵਿੱਚ ਕਹਿ ਦਿਆਂ ਵੀ ਐਕਟਿੰਗ ਹੀ ਕਰ ਰਹੇ ਨੇ ਪੜ੍ਹਨ ਦੀ। ਪੜ੍ਹੇ ਤੋਂ ਸਾਰੇ ਧੁਰੋਂ ਹੀ ਨੇ ਜੀ, ਉੱਤੋਂ ਉੱਤੋਂ ਐਕਟਿੰਗ ਹੀ ਕਰ ਰਹੇ ਆ। ਹਾਂਜੀ, ਪੁੰਨ ਪੋਥੀ ਪੜਨ ਸੋ ਲਾਗੇ। ਬਸ ਤੀਜੇ ਚੌਥੇ ਦਿਨ ਸਭ ਗੁਰਮੁਖੀ ਪੜਨ ਲੱਗ ਪਏ ਜੀ। ਹਾਂਜੀ, ਤੇ ਪੰਜਵੇਂ ਦਿਨ ਤੇ ਪੋਥੀ ਸਾਹਿਬ ਤੋਂ ਪਾਠ ਕਰਨ ਲੱਗ ਪਏ ਜੀ। ਹਾਂਜੀ, ਹੁੰਦਾ ਜੀ ਪੰਜਵੇਂ ਦਿਨ ਤੇ ਬੱਚੇ ਨੂੰ ਪਤਾ ਹੀ ਨਹੀਂ ਕੱਖ ਲੱਗਦਾ, ਕੁਝ ਪਤਾ ਹੀ ਨਹੀਂ ਲੱਗਦਾ। ਇੱਥੇ ਕਹਿਣਾ ਪਏਗਾ ਆਮ ਬਾਲਕਾਂ ਜੈਸੇ ਗੁਰੂ ਹਰਗੋਬਿੰਦ ਸਾਹਿਬ ਨਹੀਂ ਹਨ ਜੀ। ਮਹਾਰਾਜ ਪੋਥੀ ਸਾਹਿਬ ਪੜਨ ਲੱਗ ਪਏ ਜੀ। ਹਾਂਜੀ, ਸਭ ਦੇਖਤ ਅਚਰਜ ਪਾਗੇ। ਜਿੰਨੇ ਵੇਖਦੇ ਆ ਨਾ ਸਾਰੇ ਹੈਰਾਨ ਹੀ ਰਹਿ ਜਾਂਦੇ, ਇਹ ਕੀ ਬਣ ਗਿਆ, ਇੰਨੀ ਛੇਤੀ ਇੰਨੀ ਵਿਦਿਆ ਪੜ ਗਏ। ਹਾਂਜੀ, ਨਹਿ ਮਹਿਮਾ ਜਿਨਹੋ ਪਛਾਨੀ। ਹਾਂਜੀ, ਤਿੰਨ ਭਈ ਬੁੱਧ ਬਿਸਮਾਨੀ। ਕਹਿੰਦੇ ਅਸਲ ਵਿੱਚ ਜਿਹੜੇ ਮਹਾਰਾਜ ਦੀ ਮਹਿਮਾ ਨਹੀਂ ਨਾ ਜਾਣਦੇ ਉਹ ਹੈਰਾਨ ਹੁੰਦੇ ਆ। ਕਿਉਂ? ਜਿਨ੍ਹਾਂ ਨੂੰ ਮਹਿਮਾ ਦਾ ਪਤਾ ਹੈ ਉਹਨਾਂ ਨੂੰ ਪਤਾ ਹੈ ਪੜ੍ਹਾਉਣ ਵਾਲੇ ਵੀ ਬ੍ਰਹਮ ਗਿਆਨੀ ਨੇ ਤੇ ਪੜ੍ਹਨ ਵਾਲੇ ਵੀ ਗੁਰੂ ਸਾਹਿਬ ਨੇ ਜੀ। ਤੁਸੀਂ ਇਹ ਵੇਖੋ ਨਾ, ਪੜ੍ਹਾ ਕੌਣ ਰਿਹਾ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਉਹ ਤੇ ਐਸੇ ਬ੍ਰਹਮ ਗਿਆਨੀ ਨੇ ਵੇਖ ਕੇ ਹੀ ਕਿਸੇ ਨੂੰ ਵਿਦਵਾਨ ਬਣਾ ਦੇਣ, ਗੱਲਾਂ ਨਾਲ ਹੀ ਵਿਦਵਾਨ ਬਣਾ ਦੇਣ, ਬਚਨ ਹੀ ਕਰ ਦੇਣ ਤੇ ਬੰਦਾ ਵਿਦਵਾਨ ਬਣ ਜਾਏ ਜੀ। ਬਾਬਾ ਠਾਕੁਰ ਸਿੰਘ ਸਾਹਿਬ ਜੀ ਸਾਧ ਸੰਗਤ ਜੀ, ਉਹਨਾਂ ਨੇ ਜਿੰਨੇ ਗਿਆਨੀ ਕਥਾਵਾਚਕ ਬਣਾਏ ਆ ਨਾ, ਹੋਰ ਨਹੀਂ ਕੋਈ ਬਣਾ ਸਕਿਆ ਜੀ। ਪਤਾ ਕਿਉਂ? ਮਹਾਂਪੁਰਖ ਬਚਨ ਹੀ ਕਰਦੇ ਸਨ ਤੇ ਅਗਲੇ ਨੂੰ ਗਿਆਨੀ ਬਣਾ ਦਿੰਦੇ ਸੀਗੇ ਜੀ, ਬਚਨ ਹੀ ਕਰਦੇ ਸੀਗੇ ਜੀ। ਸੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬੜੀ ਛੇਤੀ ਪੋਥੀ ਸਾਹਿਬ ਪੜ੍ਹਨ ਲੱਗ ਪਏ ਆ, ਵੇਖ ਕੇ ਸਾਰੇ ਹੈਰਾਨ ਹੁੰਦੇ ਆ। ਹਾਂਜੀ, ਕੁਛ ਦੇਰ ਨ ਲਾਗੀ ਐਸੇ। ਜਨ ਪੜੇ ਪ੍ਰਥਮ ਪੜ ਤੈਸੇ। ਸਿੱਖ ਨਾ ਆਪਸ ਵਿੱਚ ਬਚਨ ਕਰਦੇ, ਗੱਲਾਂ ਕਰਦੇ, ਕਹਿੰਦੇ ਦੇਰ ਨਹੀਂ ਲੱਗੀ ਕਿਸੇ ਵੀ ਤਰ੍ਹਾਂ। ਇਉਂ ਲੱਗਦਾ ਜਿਵੇਂ ਪਹਿਲਾਂ ਹੀ ਪੜ੍ਹੇ ਪੜ੍ਹਾਏ ਆਏ ਹੋਣ। ਕਹਿਣ ਲੱਗੇ ਕੋਈ ਦੇਰ ਹੀ ਨਹੀਂ ਲੱਗੀ ਇਹਨਾਂ ਨੂੰ, ਬੜੀ ਛੇਤੀ ਸਾਰਾ ਕੁਝ ਪੜ੍ਹ ਕੇ ਸਿੱਖ ਗਏ ਆ। ਹਾਂਜੀ, ਸ਼੍ਰੀ ਅਰਜਨ ਸੁਨਤ ਆਨੰਦੇ। ਤੇ ਸਿੱਖ ਨੇ ਆ ਕੇ ਦੱਸਿਆ, ਜੇ ਹਫਤਾ ਕੀ ਹੋਇਆ, ਸਿੱਖ ਨੇ ਆ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਦੱਸਿਆ, ਮਹਾਰਾਜ ਹਰਗੋਬਿੰਦ ਜੀ ਤੇ ਸਭ ਕੁਝ ਸਿੱਖ ਗਏ, ਪੋਥੀ ਸਾਹਿਬ ਪੜ੍ਹ ਰਹੇ ਨੇ। ਤੇ ਜਦੋਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸੁਣਿਆ, ਮਹਾਰਾਜ ਬੜੇ ਹੀ ਆਨੰਦ ਵਿੱਚ ਆਏ ਜੀ। ਹਾਂਜੀ, ਸੁਤ ਬਾਚਕ ਭਇਓ ਬਿਲੰਦੇ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸੁਣ ਕੇ ਪ੍ਰਸੰਨ ਹੋ ਗਏ ਵੀ ਸਾਡਾ ਪੁੱਤਰ ਉੱਚੀ ਪੜ੍ਹਾਈ ਵਾਲਾ ਹੈ, ਉੱਚੀ ਪੜ੍ਹਾਈ ਵਾਲਾ ਹੈ।
ਹਾਂਜੀ ਸੋ ਲੇਕਰ ਹਾਥ ਪੜਾਵੈ ਹਾਂਜੀ। ਤਤਕਾਲ ਸੁਬਾਚ ਸੁਨਾਵੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੇ ਸੱਦਿਆ ਕੋਲ ਜੀ ਹਰਗੋਬਿੰਦ ਸਾਹਿਬ ਜੀ ਨੂੰ, ਤੇ ਹਰਗੋਬਿੰਦ ਸਾਹਿਬ ਆਏ। ਇੱਕ ਪੋਥੀ ਮਹਾਰਾਜ ਨੇ ਪ੍ਰਕਾਸ਼ ਕੀਤੀ ਜੀ, ਪੋਥੀ ਪ੍ਰਕਾਸ਼ ਕੀਤੀ। ਮਹਾਰਾਜ ਉਂਗਲ ਲਾ ਕੇ ਕਹਿੰਦੇ ਇੱਥੋਂ ਪੜੋ। ਹਰਗੋਬਿੰਦ ਸਾਹਿਬ ਉੱਥੋਂ ਹੀ ਪੜ੍ਹ ਦੇਣ ਜੀ। ਫਿਰ ਅੰਗ ਪਰਤ ਕੇ ਕਹਿਣ ਲੱਗੇ ਹੁਣ ਇੱਥੋਂ ਪੜੋ। ਹਰਗੋਬਿੰਦ ਸਾਹਿਬ ਉੱਥੋਂ ਹੀ ਪੜ੍ਹ ਦੇਣ ਜੀ। ਫਿਰ ਮਹਾਰਾਜ ਸੰਪੂਰਨਤਾ ਤੇ ਲੈ ਕੇ ਇੱਥੋਂ ਪੜੋ, ਤਤਕਾਲ ਹੀ ਪੜ੍ਹ ਦੇਣ। ਆਰੰਭਤਾ ਤੇ ਪੋਥੀ ਲੈ ਕੇ ਇੱਥੋਂ ਪੜੋ, ਤਤਕਾਲ ਹੀ ਪੜ੍ਹ ਦੇਣ। ਕਹਿੰਦੇ ਜੋ ਲੇਕਰ ਹਾਥ ਪੜਾਵੈਂ ਤਤਕਾਲ ਸੁਬਾਚ ਸੁਣਾਵੈਂ। ਉਸੇ ਵੇਲੇ ਹੀ ਹਰਗੋਬਿੰਦ ਸਾਹਿਬ ਤਤਕਾਲ ਹੀ ਜੋ ਮਹਾਰਾਜ ਕਹਿੰਦੇ ਉਹ ਸੁਣਾ ਦਿੰਦੇ ਹਨ। ਹਾਂਜੀ। ਪੁੰਨ ਬਹੁਤ ਪ੍ਰਸਾਦ ਮੰਗਾਇਓ ਹਾਂਜੀ। ਸਭ ਬੁੱਢੇ ਅਗਰ ਰਖਾਇਓ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪ ਚੱਲ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਬੜਾ ਪ੍ਰਸ਼ਾਦ ਮੰਗਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਰੱਖਿਆ ਜੀ, ਤੇ ਨਮਸਕਾਰ ਕੀਤੀ ਜੀ ਬਾਬਾ ਜੀ ਨੂੰ। ਤੁਹਾਨੂੰ ਬਾਬਾ ਜੀ ਇੰਨੀ ਛੇਤੀ ਇੰਨਾ ਵਿਦਵਾਨ ਬਣਾ ਦਿੱਤਾ, ਕਹਿਣ ਲੱਗੇ। ਹਾਂਜੀ। ਹਰ ਗੋਬਿੰਦ ਪਦ ਪਰ ਡਾਰਾ। ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਜੀ ਦੇ ਚਰਨਾਂ ਤੇ ਪਾਇਆ ਜੀ। ਬਾਲਕ ਅਵਸਥਾ ਹੈ ਨਾ, ਚੇਤਾ ਰੱਖਿਓ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਉੱਤੇ ਬੈਠਣਾ, ਇੱਕ ਵਾਰੀ ਬਾਬਾ ਬੁੱਢਾ ਸਾਹਿਬ ਨੇ ਇਹ ਨਹੀਂ ਕਹਿਣਾ ਬਚਪਨ 'ਚ ਤੁਹਾਨੂੰ ਮੈਂ ਪੜ੍ਹਾਇਆ ਸੀ। ਉਸੇ ਦਿਨ ਹੀ ਹੱਥ ਜੋੜ ਕੇ ਕਹਿਣਾ ਅੱਜ ਤੋਂ ਤੁਸੀਂ ਮੇਰੇ ਗੁਰੂ 'ਚ, ਮੈਂ ਤੁਹਾਡਾ ਸਿੱਖ ਹਾਂ ਜੀ। ਕਿੰਨਾ ਵੱਡਾ ਸਿੱਖਾਂ ਦਾ ਰਿਸ਼ਤਾ ਹੈ ਜੀ, ਕਿੰਨੀ ਨਿਮਰਤਾ ਹੈ ਜੀ। ਬੰਦਾ ਮਾਣ ਕਰਦਾ ਸਾਡੇ ਕੋਲੋਂ ਸਿੱਖਿਆ ਹੈ, ਮਾਣ ਕਰ ਲੈਂਦਾ ਹੈ ਬੰਦਾ। ਪਰ ਬਾਬਾ ਬੁੱਢਾ ਸਾਹਿਬ ਜੀ ਨੇ ਐਸਾ ਨਹੀਂ ਕੀਤਾ ਜੀ। ਹਰਗੋਬਿੰਦ ਪਦ ਪਰ ਡਾਰਾ। ਹਰਗੋਬਿੰਦ ਜੀ ਨੂੰ ਬਾਬਾ ਜੀ ਦੇ ਚਰਨੀ ਪਾਇਆ। ਗੁਰ ਕੀਨਸ ਬੁੱਧ ਉਦਾਰਾ। ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਆ ਬਾਬਾ ਜੀ ਇੰਨੀ ਬੁੱਧੀ ਵਾਲਾ ਤੁਸਾਂ ਹੀ ਬਣਾਇਆ ਇਹਨਾਂ ਨੂੰ, ਕਹਿਣ ਲੱਗੇ। ਹਾਂਜੀ। ਸਭ ਵਿਦਿਆ ਹਿਰਦੈ ਬਸਾਈ। ਤੁਸੀਂ ਤੇ ਬਹੁਤ ਛੇਤੀ ਇਹਨਾਂ ਦੇ ਹਿਰਦੇ 'ਚ ਹੀ ਵਿਦਿਆ ਵਸਾ ਦਿੱਤੀ ਹੈ। ਆਪੋ ਆਪਣੀ ਕਮਾਈ ਦੀ ਖੇਡ ਹੈ। ਕਈ ਬੱਚੇ ਪੜ੍ਹਦੇ ਰਹਿਣ, ਗੱਲ ਉਹਨਾਂ ਦੇ ਅੰਦਰ ਫਿੱਟ ਹੀ ਨਹੀਂ ਹੁੰਦੀ। ਮਾਸਟਰ ਜੀ ਬੈਠੇ ਪੜ੍ਹਾਉਂਦੇ, ਇਹਨਾਂ ਨੂੰ ਪਤਾ ਹੈ। ਉਹਨਾਂ ਦੇ ਦਿਮਾਗ 'ਚ ਗੱਲ ਆਉਂਦੀ ਨਹੀਂ ਹੈ। ਕਈਆਂ ਦੀ ਕਮਾਈ ਹੁੰਦੀ ਹੈ, ਬੁੱਧੀ ਤੇਜ਼ ਹੁੰਦੀ, ਇੱਕੋ ਵਾਰੀ ਪੜ੍ਹਨ ਸਭ ਕੁਝ ਚੇਤਾ ਹੋ ਜਾਂਦਾ ਹੈ ਜੀ। ਤੇ ਬਾਬਾ ਜੀ ਨੂੰ ਮਹਾਰਾਜ ਕਹਿਣ ਲੱਗੇ ਤੁਸੀਂ ਤੇ ਇਹਨਾਂ ਦੇ ਹਿਰਦੇ 'ਚ ਹੀ ਵਸਾ ਦਿੱਤਾ ਸਾਰਾ ਕੁਝ। ਹਾਂਜੀ। ਭੇ ਨੰਬਰ ਤਿਸੈ ਅਗਵਾਈ। ਤੇ ਬਹੁਤ ਨਿਮਰਤਾ ਦੇ ਨਾਲ ਹਰਗੋਬਿੰਦ ਜੀ ਨੂੰ ਬਾਬਾ ਜੀ ਦੇ ਅੱਗੇ ਆਖਿਆ ਵੀ ਸਨਿਮਰ ਹੋ ਕੇ ਰਹਿਣਾ, ਬਾਬਾ ਜੀ ਦਾ ਸਤਿਕਾਰ ਕਰਨਾ ਹੈ ਤੁਸਾਂ। ਹਾਂਜੀ। ਸਭ ਸੰਗਤ ਮਹਿ ਬਰਤਾਵਾ। ਹਾਂਜੀ। ਪਕਵਾਨ ਮਹਾ ਮਨ ਭਾਵਾ। ਉਹ ਫਿਰ ਜਿਹੜਾ ਪ੍ਰਸ਼ਾਦ ਲੈ ਕੇ ਆਏ ਸਨ ਨਾ ਗੁਰੂ ਅਰਜਨ ਸਾਹਿਬ ਬਾਬਾ ਜੀ ਦੇ ਕੋਲ, ਬਾਬਾ ਜੀ ਨੇ ਸਾਰੀਆਂ ਸੰਗਤਾਂ 'ਚ ਵਰਤਾਇਆ ਜੀ। ਸੰਗਤਾਂ ਨੂੰ ਐ ਵਰਤਾਤਾ, ਸੰਗਤਾਂ ਬਹੁਤ ਖੁਸ਼ ਹੋਈਆਂ ਜੀ। ਹਾਂਜੀ। ਸ਼੍ਰੀ ਅਰਜਨ ਪੁੰਨ ਧਨ ਲੀਨਾ। ਗਨ ਦੀਨਨ ਦਾਨ ਸੋ ਦੀਨਾ। ਹਰਗੋਬਿੰਦ ਸਾਹਿਬ ਜੀ ਪੜ੍ਹਾਈ 'ਚ ਬਹੁਤ ਵਧੀਆ ਨੇ। ਗੁਰੂ ਅਰਜਨ ਸਾਹਿਬ ਜੀ ਨੇ ਧਨ ਫੜਿਆ, ਖੂਬ ਗਰੀਬਾਂ ਵਿੱਚ ਵੰਡਿਆ ਜੀ। ਪਰਮੇਸ਼ਰ ਨੂੰ ਯਾਦ ਕਰਦੇ ਹਾਂ ਜੀ। ਹਾਂਜੀ। ਉਤਸ਼ਾਹ ਕੀਨ ਤਿਸ ਕਾਲਾ। ਲਗ ਦੁੰਦਬ ਬਜੇ ਵਿਸਾਲਾ। ਕਹਿਣ ਲੱਗੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਇਹ ਤੇ ਐ ਵਿਦਿਆ ਪੜ੍ਹ ਗਏ ਆ ਜਿਵੇਂ ਬੜੇ ਪੜ੍ਹੇ ਹੋਣ ਜੀ, ਬੜੇ ਪੜ੍ਹੇ ਹੋਣ ਜੀ। ਤੇ ਉਸੇ ਵੇਲੇ ਹੀ ਸਾਧ ਸੰਗਤ ਦੀ ਖੁਸ਼ੀਆਂ ਮਨਾਈਆਂ ਗਈਆਂ, ਨਗਾਰੇ ਵੱਜਣ ਲੱਗ ਪਏ ਐ। ਹਾਂਜੀ। ਸ਼ਰਨਾਏ ਸੋ ਝਾਂਜ ਨਫੀਰੰ। ਕਹਿਣ ਲੱਗੇ ਵੱਡੇ ਛੈਣੇ ਛੋਟੇ ਛੈਣੇ ਜਿਹੜੇ ਆ ਉਹ ਵੱਜ ਰਹੇ ਆ, ਸ਼ਬਦ ਗਾਏ ਜਾ ਰਹੇ ਹਨ। ਵੱਡ ਬੱਜੀ ਧੌਂਸ ਗਹੀਰੰ। ਬਹੁਤ ਖੁਸ਼ੀ ਮਨਾਈ ਗਈ। ਸਿੱਖ ਸੰਗਤਾਂ ਨੇ ਬਹੁਤ ਹੀ ਖੁਸ਼ੀ ਕੀਤੀ ਹੈ। ਸਾਡੇ ਹਰਗੋਬਿੰਦ ਸਾਹਿਬ ਬੜੇ ਹੁਸ਼ਿਆਰ ਨੇ, ਬਹੁਤ ਪੜ੍ਹਾਈ ਵਿੱਚ ਵਧੀਆ ਨੇ। ਸਾਧ ਸੰਗਤ ਜੀ ਬੱਚਾ ਪਾਸ ਹੋ ਜਾਏ ਨਾ ਤੇ ਮਾਂ ਪਿਓ ਨੂੰ ਖੁਸ਼ੀ ਹੁੰਦੀ ਹੈ, ਤੇ ਜਦੋਂ ਫਸਟ ਆ ਜਾਏ ਨਾ ਫਿਰ ਤੇ ਉਹ ਲੱਡੂ ਵੀ ਵੰਡਦੇ ਹੈ ਜੀ। ਮਹਾਰਾਜ ਵੀ ਖੁਸ਼ੀ ਕਰ ਰਹੇ ਆ। ਹਾਂਜੀ।
ਹਰ ਗੋਬਿੰਦ ਜੀ ਪ੍ਰਿਯ ਲਾਗੇ, ਹਾਂਜੀ। ਅਵਲੋਕਤ ਨਰ ਬਡ ਭਾਗੇ। ਹਰਗੋਬਿੰਦ ਸਾਹਿਬ ਬੜੇ ਹੀ ਪਿਆਰੇ ਲੱਗਦੇ, ਬੜੇ ਹੀ ਪਿਆਰੇ ਲੱਗਦੇ। ਜਦੋਂ ਗਿਆਨ ਦੇ ਬਚਨ ਕਰਦੇ ਹੋਰ ਪਿਆਰੇ ਲੱਗਦੇ। ਪੋਥੀ ਸਾਹਿਬ ਤੋਂ ਬਾਣੀ ਪੜ੍ਹਦੇ ਹੋਰ ਬੜੇ ਪਿਆਰੇ ਲੱਗਦੇ ਐ। ਐਸੇ ਸਮੇਂ ਦਰਸ਼ਨ ਕਰਨ ਵਾਲਿਆਂ ਦੇ ਭਾਗ ਵੱਡੇ ਹੋ ਰਹੇ ਨੇ ਜੀ। ਹਾਂਜੀ। ਤਬ ਬੁੱਢਾ ਜੀ ਅਨੁਰਾਗੇ, ਹਾਂਜੀ। ਉਰ ਬਿਸਰਿਓ ਸਭ ਬੈਰਾਗੇ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਬਾਬਾ ਬੁੱਢਾ ਸਾਹਿਬ ਵੀ ਪ੍ਰੇਮ ਨਾਲ ਭਰ ਗਏ ਜੀ। ਇਹ ਗੁਰੂ ਨਾਨਕ ਸਾਹਿਬ ਨੇ ਮੈਨੂੰ ਸੇਵਾ ਦੇਣੀ ਸੀਗੀ ਹੈ। ਬਾਬਾ ਬੁੱਢਾ ਸਾਹਿਬ ਵੀ ਪ੍ਰੇਮ ਨਾਲ ਭਰ ਗਏ। ਵਿਰਾਗ ਵੀ ਆਉਂਦਾ ਪਰ ਉਸ ਸਮੇਂ ਤੇ ਪ੍ਰੇਮ ਹੀ ਪ੍ਰੇਮ ਹਿਰਦੇ 'ਚ ਰਹਿ ਗਿਆ ਜੀ। ਹਾਂਜੀ। ਭਰ ਅੰਕ ਬਦਨ ਅਵਲੋਕੇ, ਮਨ ਪ੍ਰੇਮ ਰੁਕਤ ਨਹਿ ਰੋਕੇ। ਵਾਹ ਵਾਹ ਵਾਹ। ਬਾਬਾ ਜੀ ਪਤਾ ਕੀ ਕਰਦੇ ਆ, ਗੋਦ 'ਚ ਬਿਠਾਇਆ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਸੱਚ ਪੁੱਛੋ ਬਾਬਾ ਜੀ ਦੇ ਜਿਹੜੇ ਦਰਸ਼ਨ ਕਰਦਾ ਸੀ ਉਹਨੂੰ ਇਉਂ ਲੱਗਦਾ ਸੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ। ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਪ ਹਰਗੋਬਿੰਦ ਜੀ ਨੂੰ ਗੋਦ 'ਚ ਬਿਠਾਇਆ ਹੋਵੇ ਜੀ। ਪਰ ਅੰਕ ਬਦਨ ਅਵਲੋਕੇ, ਕਹਿੰਦੇ ਪਹਿਲਾਂ ਤੇ ਆਪਣੇ ਸੀਨੇ ਨਾਲ ਲਾਇਆ ਜੀ, ਫਿਰ ਬਾਬਾ ਜੀ ਨੇ ਗੋਦ 'ਚ ਬਿਠਾ ਲਿਆ। ਬਾਬਾ ਜੀ ਲਾਡ ਲਡਾ ਰਹੇ ਹਰਗੋਬਿੰਦ ਜੀ ਨੂੰ। ਇਸ ਤਰੀਕੇ ਨਾਲ ਲਾਡ ਲਡਾ ਰਹੇ ਨੇ ਵੀ ਪਿਆਰ ਰੁਕ ਨਹੀਂ ਰਿਹਾ ਜੀ, ਜ਼ਬਰਦਸਤੀ ਲਾਡ ਆ ਰਹੇ ਜੀ, ਜ਼ਬਰਦਸਤੀ। ਹਾਂਜੀ। ਔਰ ਹਿਤ ਕਰ ਸੂੰਗਤ ਮਾਥਾ, ਮੱਥਾ ਸੁੰਘਦੇ ਹੈ। ਹਾਂਜੀ। ਬਰ ਦੇਤ ਭਇਓ ਹਿਤ ਸਾਥਾ। ਤੇ ਫਿਰ ਬਾਬਾ ਜੀ ਨੇ ਵਰਾਂ ਦੀਆਂ ਝੜੀਆਂ ਹੀ ਲਾ ਦਿੱਤੀਆਂ ਜੀ। ਵਰਾਂ ਦੀਆਂ ਝੜੀਆਂ ਲਾਈਆਂ। ਬਾਬਾ ਬੁੱਢਾ ਸਾਹਿਬ ਖੁਸ਼ ਹੋ ਕੇ ਹਰਗੋਬਿੰਦ ਸਾਹਿਬ ਜੀ ਨੂੰ ਆਪਣਾ ਵਿਦਿਆਰਥੀ ਰੂਪ ਜਾਣ ਕੇ ਵਰ ਦਿੰਦੇ ਆ ਜੀ। ਬਸ ਇੱਕ ਗੱਲ ਸੁਣਿਓ, ਜਿਸ ਬੰਦੇ ਦਾ ਉਸਤਾਦ ਉਹਦੇ ਤੋਂ ਨਾਰਾਜ਼ ਹੋ ਜਾਵੇ ਨਾ, ਪੜ੍ਹਿਆ ਪੜ੍ਹਾਇਆ ਬੱਚਾ, ਉਹਨੂੰ ਵਿੱਦਿਆ ਭੁੱਲ ਜਾਏਗੀ ਸਾਰੀ ਜੀ। ਇਹ ਵੀ ਗੱਲ ਹੁੰਦੀ ਜੀ। ਜਿਸ ਬੰਦੇ ਦਾ ਉਸਤਾਦ ਉਹਦੇ ਤੋਂ ਨਾਰਾਜ਼ ਹੋ ਜਾਏ, ਪੜ੍ਹਿਆ ਪੜ੍ਹਾਇਆ ਬੱਚਾ ਹੋਵੇ ਜੀ, ਉਹਨੂੰ ਵਿੱਦਿਆ ਭੁੱਲਣ ਲੱਗ ਪਏਗੀ, ਵਿੱਦਿਆ ਫੁਰੇਗੀ ਨਹੀਂ ਉਹਨੂੰ ਜੀ। ਉਸਤਾਦ ਦਾ ਬੜਾ ਹੱਥ ਹੁੰਦਾ ਹੈ ਜੀ, ਬੜਾ ਹੱਥ ਹੁੰਦਾ ਹੈ। ਉਹ ਗੱਲ ਨਹੀਂ ਬਣਦੀ ਜੀ ਉਹਦੀ ਜੀ। ਫਿਰ ਨਾਮ ਜਿਹੜਾ ਹੈ ਨਾ, 4 ਤਰੀਕਿਆਂ ਨਾਲ ਰੁਕ ਜਾਂਦਾ ਹੈ ਬੰਦੇ ਦੇ ਅੰਦਰੋਂ। ਪਹਿਲਾ ਹੰਕਾਰ ਕਰਨ ਨਾਲ, ਦੂਜਾ ਟਾਈਮ ਘੱਟ ਦੇਣ ਨਾਲ, ਤੀਜਾ ਵਿਕਾਰੀ ਹੋਣ ਨਾਲ, ਤੇ ਚੌਥਾ ਜਿਸ ਮਹਾਂਪੁਰਖ ਦੀ ਸੰਗਤ 'ਚ ਰਹਿ ਕੇ ਨਾਮ ਜਪਦਾ ਹੋਵੇ, ਜੇ ਉਹ ਮਹਾਂਪੁਰਖ ਨਾਰਾਜ਼ ਹੋ ਜੇ ਤਾਂ ਵੀ ਗੱਲ ਨਹੀਂ ਬਣਦੀ ਬੰਦੇ ਦੀ ਜੀ। ਇਸ ਕਰਕੇ ਗੱਲਾਂ ਸਾਰੀਆਂ ਜ਼ਰੂਰੀ। ਉਸਤਾਦਾਂ ਦੇ ਆਸ਼ੀਰਵਾਦ ਜਿਹੜੇ ਆ ਨਾ, ਉਹ ਸਾਰੀ ਉਮਰ ਹੀ ਬੰਦੇ ਦੇ ਨਾਲ ਰਹਿੰਦੇ ਆ। ਫਿਰ ਬਾਬਾ ਬੁੱਢਾ ਸਾਹਿਬ ਆਸ਼ੀਰਵਾਦ ਦਿੰਦੇ ਆ, ਧਿਆਨ ਨਾਲ ਸੁਣਿਓ। ਤੇ ਜਿਹਨੂੰ ਉਹਦਾ ਉਸਤਾਦ ਫਿਟਕਾਰ ਦੇਵੇ, ਲਾਹਨਤ ਪਾ ਦੇ, ਉਸ ਬੰਦੇ ਦੀ ਤਰੱਕੀ ਰੁਕ ਜਾਂਦੀ ਜੇ ਜੀ। ਪੱਕੀ ਗੱਲ, ਲਿਖਤੀ ਜੇ ਜੀ। ਜਿਸ ਬੰਦੇ ਦਾ ਉਸਤਾਦ ਉਹਨੂੰ ਲਾਹਨਤ ਪਾ ਦੇਵੇ, ਫਿਟਕਾ ਮਾਰੇ ਨਾ, ਉਸ ਬੰਦੇ ਦੀ ਤਰੱਕੀ ਰੁਕ ਜਾਏਗੀ ਜੀ। ਤੇ ਜਿਹੜਾ ਉਸਤਾਦ ਉਹਦੇ ਨਾਲ ਹੋਵੇ, ਉਹਦੇ ਸਿਰ ਤੇ ਹੱਥ ਰੱਖੇ, ਉਹਦੀ ਤਰੱਕੀ ਨੂੰ ਰੋਕ ਨਹੀਂ ਕੋਈ ਸਕਦਾ ਜੀ। ਬਾਬਾ ਬੁੱਢਾ ਸਾਹਿਬ ਉਸਤਾਦ ਰੂਪ ਹਨ। ਬਾਬਾ ਬੁੱਢਾ ਸਾਹਿਬ ਵਰ ਦਿੰਦੇ ਆ ਜੀ। ਹਾਂਜੀ। ਵੱਡ ਵੀਰ ਕਸਹੋ ਕਟ ਭਾਥਾ, ਹਾਂਜੀ। ਗਰ ਖੜਗ ਧਨੁਖ ਦ੍ਰਿੜ ਹਾਥਾ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ ਕਹਿੰਦੇ ਵੱਡ ਵੀਰ ਕਸਹੋ ਘਟ ਭਾਥਾ, ਬੜੇ ਵੱਡੇ ਸੂਰਮੇ ਬਣੋਗੇ ਕਹਿੰਦੇ ਤੁਸੀਂ। ਕਹਿੰਦੇ ਕਮਰ ਨਾਲ ਤੀਰਾਂ ਦਾ ਭੱਥਾ ਜਿਹੜਾ ਹੈ ਨਾ, ਉਹ ਬੰਨਿਆ ਕਰੋਗੇ। ਗੱਜ ਕੇ ਆਖੋ ਤੁਹਾਡੇ ਇੱਥੇ ਤੀਰ ਫੱਬਿਆ ਕਰਨਗੇ, ਮਹਾਰਾਜ ਕਹਿੰਦੇ। ਹਾਂਜੀ। ਰਿਪ ਮਾਰਹੁ ਕਰ ਕਮਸਾਨਾ, ਗੜ ਗਰ ਗਰ ਖੜਗ ਧਨੁਖ ਦ੍ਰਿੜ ਹਾਥਾ। ਮਹਾਰਾਜ ਕਹਿਣ ਲੱਗੇ ਵੇਲਾ ਆਏਗਾ, ਤੁਹਾਡੇ ਗਲ ਦੇ ਵਿੱਚ ਵੱਡੀ ਸ੍ਰੀ ਸਾਹਿਬ ਹੋਏਗੀ। ਕਹਿਣ ਲੱਗੇ ਹੱਥ ਵਿੱਚ ਧਨੁਸ਼ ਹੋਇਆ ਕਰੇਗਾ, ਮੋਢੇ ਤੇ ਤੀਰਾਂ ਦਾ ਭੱਥਾ ਹੋਏਗਾ, ਬੜੇ ਵੱਡੇ ਸੂਰਮੇ ਬਣੋਗੇ। ਕਹਿਣ ਲੱਗੇ ਰਿਪ ਮਾਰਹੁ, ਰਿਪ ਮਾਰਹੁ ਕਰ ਕਮਸਾਨਾ। ਤੇ ਤੁਸਾਂ
ਬਹੁਤ ਜ਼ਿਆਦਾ ਦੁਸ਼ਮਣਾਂ ਨੂੰ ਮਾਰਨਾ ਹੈ, ਵੱਡੇ ਵੱਡੇ ਜੰਗ ਕਰਿਆ ਕਰਨੇ ਕਹਿੰਦੇ ਤੁਸੀਂ। 1.25 ਲੱਖ ਫੌਜ ਚੜ ਕੇ ਆ ਗਈ ਸੀ ਫਿਰ ਮਹਾਰਾਜ ਤੇ ਜੀ, ਤੇ ਪਤਾ ਹੀ ਨਹੀਂ ਲੱਗਾ ਰਾਤੋਂ ਰਾਤ ਕਿੱਥੇ ਗਈ ਦੀ ਸਾਰੀ ਜੀ। ਹਾਂਜੀ, ਨਹਿ ਪ੍ਰਤ ਭਟ ਹੋਵਹਿ ਆਨਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਗੋਦ 'ਚ ਬਿਠਾ ਕੇ ਕਹਿਣ ਲੱਗੇ, ਇਸ ਜਗਤ ਦੇ ਵਿੱਚ ਤੁਹਾਡੇ ਵਰਗਾ ਸੂਰਮਾ ਹੀ ਕੋਈ ਹੋਰ ਦੂਜਾ ਨਹੀਂ ਹੋਏਗਾ। ਕਹਿਣ ਲੱਗੇ ਤੁਸੀਂ ਐਡੇ ਵੱਡੇ ਸੂਰਮੇ ਹੋਵੋਗੇ। ਹਾਂਜੀ, ਕਰ ਸੰਗਰ ਸ਼ਤਰੁਨ ਮਾਰੋ। ਯੁੱਧ ਕਰੋਗੇ, ਵੈਰੀਆਂ ਨੂੰ ਮਾਰਿਆ ਕਰੋਗੇ। ਕਹਿਣ ਲੱਗੇ ਹਾਂਜੀ, ਜਸ ਪਸਰਹਿ ਵਿਜੈ ਤੁਮਾਰੋ। ਤੁਹਾਡੀ ਵਿਜੈ ਹੋਇਆ ਕਰੇਗੀ, ਤੁਹਾਨੂੰ ਕਦੇ ਜ਼ਿੰਦਗੀ 'ਚ ਹਾਰ ਦਾ ਮੁੱਖ ਨਹੀਂ ਦੇਖਣਾ ਪਏਗਾ। ਤੁਹਾਡੀ ਜਿੱਤ ਹੋਇਆ ਕਰੇਗੀ। ਤੇ ਨਾਲ ਬਚਨ ਕੀਤਾ, ਆਸੇ ਪਾਸੇ ਧਰਤੀ ਤੇ ਤੁਹਾਡਾ ਜਸ ਹੋਏਗਾ। ਪਿਆਰ ਨਾਲ ਗੱਜ ਕੇ ਕਹਿ ਦਿਓ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਬਲ ਅਤੁਲਤ ਬਾਹੁ ਵਿਸਾਲਾ। ਕਹਿਣ ਲੱਗੇ ਬਲ ਅਤੁਲਤ, ਤੁਹਾਡੇ 'ਚ ਜਿਹੜਾ ਬਲ ਹੋਏਗਾ ਨਾ, ਉਹਨੂੰ ਕੋਈ ਤੋੜ ਨਹੀਂ ਸਕੇਗਾ ਜੀ। ਕਿੰਨੀ ਕੁ ਤਾਕਤ ਹੋਏਗੀ ਤੁਹਾਡੇ ਸਰੀਰ 'ਚ, ਤੋਲੀ ਨਹੀਂ ਜਾਏਗੀ। ਫਿਰ ਬਾਹੁ ਵਿਸਾਲਾ, ਬਾਹਾਂ 'ਚ ਬੜੀ ਜਾਨ ਹੋਏਗੀ। ਕਹਿਣ ਲੱਗੇ ਸਾਧ ਸੰਗਤ ਜੀ, ਮਹਾਰਾਜ ਦੀਆਂ ਬਾਹਾਂ ਦੀ ਜਾਨ ਦੀ ਗੱਲ ਛੱਡ ਦਿਓ ਤੁਸੀਂ ਜੀ, ਇੰਨੀ ਜ਼ਿਆਦਾ ਜਾਨ ਹੈ। ਪੈਂਦੇ ਖਾਂ ਕਹਿੰਦਾ ਕਹਾਉਂਦਾ ਸੂਰਮਾ ਸੀਗਾ, ਜਦੋਂ ਘੋਲ ਕਰਦਾ ਸੀ ਤੇ ਹਾਰ ਜਾਂਦਾ ਸੀਗਾ ਜੀ ਮਹਾਰਾਜ ਦੇ ਨਾਲ ਜੀ। ਪੈਂਦੇ ਖਾਂ ਦੋ ਝੋਟੇ ਲੜ ਰਹੇ ਹੁੰਦੇ ਸੀ ਨਾ, ਇੰਜ ਫੜ ਕੇ ਪਰਾਂ ਕਰ ਦਿੰਦਾ ਸੀ। ਲੜਦੇ ਝੋਟਿਆਂ ਦੇ ਲਾਗੇ ਜਾਣਾ ਨਿਰੀ ਮੌਤ ਹੈਗੀ ਹੈ ਜੀ। ਇੰਨਾ ਵੱਡਾ ਬਲੀ ਬੰਦਾ, ਤੇ ਪੰਜਾ ਲਾਉਂਦਾ ਹੁੰਦਾ ਸੀ ਤੇ ਉਹਦੇ ਕੋਲੋਂ ਕੋਈ ਪੰਜੇ 'ਚ ਜਿੱਤਦਾ ਨਹੀਂ ਸੀ ਹੁੰਦਾ। ਦੋ ਦੋ ਬੰਦੇ ਇਕੱਠੇ ਪੈਂਦੇ ਖਾਂ ਨਾਲ ਪੰਜਾ ਲਾਉਂਦੇ ਸਨ, ਹਾਰ ਜਾਂਦੇ ਸਨ ਜੀ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆਉਣਾ ਫਿਰ ਸੂਰਮਤਾਈ ਦੇ ਘਰ 'ਚ। ਮਹਾਰਾਜ ਨੇ ਕਹਿਣਾ, ਆ ਪੈਂਦੇ ਖਾਂ ਸਾਡੇ ਨਾਲ ਕਰ। ਪੈਂਦੇ ਖਾਂ ਨੂੰ ਮਾਣ ਹੋਣਾ ਵੀ ਦੋ ਦੋ ਬੰਦੇ ਕਹਿੰਦੇ ਕਾਉਂਦੇ ਹਾਰ ਜਾਂਦੇ ਆ, ਤੇ ਗੁਰੂ ਸਾਹਿਬ ਕੀ ਕਰਨਗੇ। ਹਾਂਜੀ, ਜਦੋਂ ਪੈਂਦੇ ਖਾਂ ਨੇ ਪੰਜਾ ਲਾਉਣਾ, ਇੱਕ ਖਿੰਦ 'ਚ ਹੀ ਮਹਾਰਾਜ ਨੇ ਹਰਾ ਦੇਣਾ ਜੀ ਉਹਨੂੰ ਜੀ। ਹਾਂਜੀ, ਇੰਨਾ ਜ਼ਿਆਦਾ ਬਲਵਾਨ ਸੀਗਾ, ਸਿੱਕੇ ਨੂੰ ਫੜ ਕੇ ਮਰੋੜ ਹੀ ਦਿੰਦਾ ਹੁੰਦਾ ਸੀਗਾ ਜੀ। ਇੰਨੀ ਬਾਹਾਂ 'ਚ ਜਾਨ ਸੀ ਉਹਦੇ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਉਹ ਵੀ ਫੇਲ ਸੀਗਾ ਜੀ। ਇਹ ਕਿੱਥੋਂ ਆਇਆ? ਜਿੱਥੋਂ ਧੁਰੋਂ ਗੁਰੂ ਨੇ, ਉੱਥੇ ਨਾਲ ਬਾਬੇ ਬੁੱਢਾ ਸਾਹਿਬ ਜੀ ਦੇ ਆਸ਼ੀਰਵਾਦ ਵੀ ਨੇ ਜੀ। ਬਾਬਾ ਬੁੱਢਾ ਸਾਹਿਬ ਕਹਿੰਦੇ, ਬਲ ਅਤੁਲਤ ਬਾਹੋ ਵਿਸਾਲਾ, ਤੁਹਾਡੇ 'ਚ ਬਲ ਬੜਾ ਹੋਏਗਾ। ਤੁਹਾਡਾ ਬਲ ਸ਼ਕਤੀ ਮਿੱਥਣ ਵਿੱਚ ਨਹੀਂ ਆਏਗੀ, ਮਿਣਤੀ 'ਚ ਨਹੀਂ ਆਏਗੀ। ਨਾਲ ਕਹਿਣ ਲੱਗੇ, ਤੁਹਾਡੀਆਂ ਬਾਹਾਂ 'ਚ ਬੜੀ ਜਾਨ ਹੋਏਗੀ। ਕਹਿਣ ਲੱਗੇ ਹਾਂਜੀ, ਹੋਏ ਦੀਰਘ ਡੀਲ ਕਿਰਪਾਲਾ। ਤੇ ਹੋਏ ਦੀਰਘ ਡੀਰ ਕਿਰਪਾਲਾ, ਨਾਲ ਕਹਿੰਦੇ ਕਿਰਪਾਲੂ ਜੀ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਤੁਹਾਡਾ ਸਰੀਰ ਬੜਾ ਵੱਡਾ ਹੋਏਗਾ। ਕਹਿਣ ਲੱਗੇ ਬੜਾ ਵੱਡਾ ਡੀਲ ਡੌਲ ਹੋਏਗਾ ਤੁਹਾਡੇ ਸਰੀਰ ਦਾ। ਹਾਂਜੀ, ਕਬਿਤ ਜੈਸੇ ਰਾਮ ਚੰਦ ਪਰ ਕੋਸਕ ਮੁਨਿੰਦਰ ਬਰ। ਹੋਏ ਕੈ ਪ੍ਰਸੰਨ ਮਨ ਵਿਦਿਆ ਸਿਖਰਾਏ ਕੈ। ਕਹਿਣ ਲੱਗੇ ਸ਼੍ਰੀ ਰਾਮ ਚੰਦਰ ਜੀ ਨੂੰ ਨਾ ਵਿਸ਼ਵਾਮਿੱਤਰ ਜੀ ਨੇ ਵਿਦਿਆ ਦਿੱਤੀ ਸੀ, ਵਿਦਿਆ ਦਿੱਤੀ ਸੀਗੀ। ਉਂਝ ਸ਼੍ਰੀ ਰਾਮ ਚੰਦਰ ਜੀ ਦੇ ਬੜੇ ਉਸਤਾਦ ਸਨ ਜੀ, ਪਰ ਵਿਸ਼ਵਾਮਿੱਤਰ ਜੀ ਨੇ ਉਹਨਾਂ ਨੂੰ ਧਨੁਸ਼ ਦੀ ਵਿਦਿਆ ਦਿੱਤੀ ਸੀਗੀ ਜੀ। ਸ਼੍ਰੀ ਰਾਮ ਚੰਦਰ ਜੀ ਨੇ ਹੋਰ ਬੜਿਆਂ ਕੋਲੋਂ ਉਹਨਾਂ ਨੇ ਲਈ ਸੀਗੀ। ਵਿਸ਼ਵਾਮਿੱਤਰ ਜੀ ਦਾ ਨਾਮ ਜ਼ਿਆਦਾ ਆਉਂਦਾ ਹੈ। ਕਹਿੰਦੇ ਜਿਵੇਂ ਵਿਸ਼ਵਾਮਿੱਤਰ ਜੀ ਨੇ ਰਾਮ ਚੰਦਰ ਜੀ ਨੂੰ ਖੁਸ਼ ਹੋ ਕੇ ਵਿਦਿਆ ਦਿੱਤੀ ਸੀਗੀ, ਤੇ ਨਿਰੀ ਵਿਦਿਆ ਨਹੀਂ ਸੀ ਦਿੱਤੀ, ਵਿਦਿਆ ਦੇ ਵਰ ਵੀ ਦਿੱਤੇ ਸਨ ਜੀ। ਗੱਜ ਕੇ ਆਖੋ ਵਾਹਿਗੁਰੂ। ਵਰਾਂ ਦੀ ਖੇਡ ਸੁਣ ਲਓ ਉਸਤਾਦਾਂ ਦੇ, ਕਮਾਈ ਵਾਲਿਆਂ ਦੀ ਜੀ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਕਥਾ ਕਰਦੇ ਆ ਜੀ, ਉਹਨਾਂ ਦੇ ਲਾਗੇ ਬਹਿ ਜਾਓ ਤੁਸੀਂ, ਤੁਹਾਨੂੰ ਉਹਨਾਂ ਦੀ ਗੱਲ ਨਹੀਂ ਸਮਝ ਆਏਗੀ, ਪਰ ਜਦੋਂ ਕਥਾ ਕਰਦੇ ਤੁਹਾਨੂੰ ਸਭ ਕੁਝ ਸਮਝ ਆਏਗੀ। ਕਿਉਂ? ਉਹ ਆਮ ਹੀ ਕਹਿੰਦੇ ਆ
ਕਹਿੰਦੇ ਮੈਨੂੰ ਮੇਰੇ ਚਾਚੇ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲਿਆਂ ਨੇ ਵਰ ਦਿੱਤਾ ਕਥਾ ਦਾ। ਕਹਿਣ ਲੱਗੇ, ਕਹਿੰਦੇ ਮੈਂ ਨਹੀਂ ਬੋਲਦਾ, ਉਹ ਕਿਰਪਾ ਕਰਕੇ ਬੁਲਾਉਂਦੇ। ਉਹ ਕਹਿੰਦੇ ਸੀ ਤੈਨੂੰ ਪੜ੍ਹਨ ਦੀ ਲੋੜ ਨਹੀਂ ਹੋਏਗੀ, ਤੂੰ ਸਟੇਜ ਤੇ ਬਹਿਣਾ ਹੀ ਹੈ, ਕਥਾ ਆਪੇ ਹੀ ਹੋਏਗੀ। ਇਹ ਵਾਰ ਹੁੰਦੇ ਆ, ਐਵੇਂ ਵਰ ਦਿੱਤੇ। ਕਮਾਈ ਵਾਲਾ ਪੁਰਸ਼ ਤੋਂ ਕੋਈ ਬਚਨ ਕਹਿੰਦਾ ਉਹਨੂੰ ਵਰ ਕਹਿ ਦਿੰਦੇ ਆ। ਹਾਂਜੀ। ਦੀਨੇ ਬਾਰ ਔਰ ਸਭ ਮੰਤਰ ਸਿਰ ਮੋਰ, ਜੇਤੇ ਅਖਿਲ ਪੜਾਏ ਤਾਤ ਕਾਲ ਚਿਤ ਚਾਏ ਕੈ। ਕਹਿਣ ਲੱਗੇ ਉਹਨਾਂ ਰਾਮਚੰਦਰ ਜੀ ਨੂੰ ਵਿਸ਼ਵਾਮਿੱਤਰ ਜੀ ਨੇ ਬੜੇ ਬੜੇ ਵਰ ਦਿੱਤੇ, ਬੜੇ ਬੜੇ ਮੰਤਰ ਪੜਾਏ, ਬੜੇ ਚਾਅ ਦੇ ਨਾਲ ਸਾਰਾ ਕੁਝ ਕੀਤਾ ਸੀਗਾ। ਹਾਂਜੀ। ਤੈਸੇ ਹਰ ਗੋਬਿੰਦ ਬਿਲੰਦ ਵਿਦਿਆ ਦਈ, ਸਭ ਔਰ ਬਾਰ ਕਹੇ ਔਰ ਪ੍ਰੇਮ ਗਾਏ ਕੈ। ਕਹਿੰਦੇ ਇਸੇ ਤਰ੍ਹਾਂ ਸਾਡੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਪ੍ਰੇਮ ਵਿੱਚ ਆ ਕੇ ਸਾਰੀ ਵਿੱਦਿਆ ਹੀ ਦਿੱਤੀ ਸੀਗੀ ਜੀ। ਤੀਰ ਕਮਾਨ ਕਿਵੇਂ ਫੜਨਾ, ਸ੍ਰੀ ਸਾਹਿਬ ਕਿਵੇਂ ਚਲਾਉਣੀ ਹੈ, ਤੈਰਨਾ ਕਿਵੇਂ ਹੈ, ਘੋੜ ਸਵਾਰੀ ਕਿਵੇਂ ਕਰਨੀ ਹੈ, ਹਰ ਗੱਲ ਦੀ ਜਿਹੜੀ ਵਿੱਦਿਆ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤੀ ਹੈ, ਨਾਲ ਵਰ ਦਿੱਤੇ ਹੈ। ਹਾਂਜੀ। ਬੁੱਢੇ ਹੋਵੇ ਪ੍ਰਸੰਨ ਸੁਭ ਆਸ਼ਿਕ ਬਖਾਨੀ ਧਨ, ਭਇਓ ਉਤਸ਼ਾਹ ਚਾਹੋ ਦਿਸ਼ ਰਹਿਓ ਛਾਏ ਕੈ। ਦਿਨੋਂ ਦਿਨ ਬਾਬਾ ਬੁੱਢਾ ਸਾਹਿਬ ਜਿਉਂ ਜਿਉਂ ਸਿਖਾਈ ਜਾਂਦੇ ਆ, ਸਾਰੇ ਲੋਕ ਹੈਰਾਨ ਹੋਈ ਜਾਂਦੇ ਆ। ਬਾਬਾ ਬੁੱਢਾ ਸਾਹਿਬ ਵੀ ਆਸ਼ੀਰਵਾਦ ਦਿੰਦੇ ਆ, ਹਰਗੋਬਿੰਦ ਜੀ ਮੇਰੀ ਤੇ ਜ਼ਿੰਮੇਵਾਰੀ ਲੱਗੀ ਹੈ, ਕਰਨ ਕਰਾਉਣ ਵਾਲੇ ਤੇ ਤੁਸੀਂ ਆਪ ਹੀ ਹੋ। ਕਹਿਣ ਲੱਗੇ। ਹਾਂਜੀ। ਦੋਹਰਾ ਵਿਦਿਆ ਦਈ ਸਿਖਾਏ, ਸ਼ੁਭ ਬਾਣੀ ਪੜ੍ਹਬੇ ਕੇਰ। ਸਭ ਤੋਂ ਪਹਿਲਾਂ ਕਿਹੜੀ ਵਿੱਦਿਆ ਦਿੱਤੀ ਬਾਬਾ ਜੀ ਨੇ? ਬਾਣੀ ਪੜ੍ਹਨ ਦੀ ਜੀ। ਬਾਣੀ ਪੜ੍ਹਨ ਦੀ, ਅੱਖਰ ਪੜ੍ਹਨ ਦੀ, ਅੱਖਰ ਲਿਖਣ ਦੀ। ਹਾਂਜੀ। ਬਾਚਕ ਹੋਏ ਸਕਲ ਕੇ, ਪੜਤ ਨ ਲਾਵਤ ਦੇਰ। ਪਰ ਕਹਿਣ ਲੱਗੇ ਹਰਗੋਬਿੰਦ ਸਾਹਿਬ ਤੇ ਵਿੱਦਿਆ ਪੜ੍ਹਨ ਵਿੱਚ ਦੇਰ ਹੀ ਨਹੀਂ ਸੀ ਲਾਈ ਜੀ। ਤਤਕਾਲ ਹੀ ਸਾਰੀ ਵਿੱਦਿਆ ਪੜ੍ਹਨ ਦੀ, ਰੱਤਾ ਮਾਤਰ ਵੀ ਦੇਰ ਨਹੀਂ ਲਾਈ ਜੀ। ਹਾਂਜੀ। ਸ਼ਸਤਰਨ ਕੀ ਵਿਦਿਆ ਮਹਾ, ਤਿਸ ਕੋ ਬਰ ਦੇ ਦੀਨ। ਸ਼ਸਤਰ ਪਕੜਾਏ ਆ ਬਾਬਾ ਬੁੱਢਾ ਸਾਹਿਬ ਜੀ ਨੇ, ਨਾਲ ਵਰ ਦਿੱਤੇ ਆ ਸ਼ਸਤਰਾਂ ਦੀ ਵਿੱਦਿਆ 'ਚ। ਸ਼ਸਤਰਾਂ ਦੀ ਵਿੱਦਿਆ ਬਹੁਤ ਮਹਿੰਗੀ ਵਿੱਦਿਆ ਹੈ, ਸਰੀਰ ਹੀ ਬੜਾ ਸੈੱਟ ਰੱਖਣਾ ਪੈਂਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਤਲਵਾਰ ਕਿਵੇਂ ਚਲਾਉਣੀ ਹੈ, ਪਿੱਛੋਂ ਤਲਵਾਰ ਆ ਗਈ ਉਹਨੂੰ ਰੋਕਣਾ ਕਿਵੇਂ ਹੈ, ਸੱਜਿਓਂ ਖੱਬਿਓਂ ਵਾਰ ਹੋ ਰਹੇ ਆ ਕਿਵੇਂ ਰੋਕਣਾ ਹੈ। ਉਹ ਬੱਚੇ ਸਿੱਖਦੇ ਨਾ ਕਰਾਟੇ, ਕਿੱਡੀ ਵਿੱਦਿਆ ਹੈ ਉਹ ਵੀ। ਇਸੇ ਤਰ੍ਹਾਂ ਸ਼ਸਤਰ ਗੱਤਕੇ ਦੀ ਵਿੱਦਿਆ ਬੜੀ ਵੱਡੀ ਹੈ। ਬਾਬਾ ਬੁੱਢਾ ਸਾਹਿਬ ਧੰਨ ਨੇ, ਗੱਤਕੇ ਦੇ ਵੀ ਮਾਸਟਰ 1 ਨੰਬਰ ਦੇ ਸਨ ਬਾਬਾ ਜੀ। 1 ਨੰਬਰ ਦੇ ਸਨ। ਬਾਬਾ ਜੀ ਨੇ ਉਹ ਵੀ ਵਿੱਦਿਆ ਦਿੱਤੀ, ਨਾਲ ਵਰ ਦਿੱਤੇ। ਬਾਣ ਪ੍ਰਹਾਰਨ ਅਨੇਕ ਬਿਦ, ਐਂਚਨ ਧਨੁਖ ਪ੍ਰਬੀਨ। ਅਨੇਕ ਪ੍ਰਕਾਰ ਦੇ ਨਾਲ ਧਨੁਖ ਨੂੰ ਖਿੱਚਣਾ ਕਿਵੇਂ, ਕਈ ਤਰ੍ਹਾਂ ਨਾਲ ਜੀ। ਕਿੰਨਾ ਜ਼ੋਰ ਲਾਉਣਾ, ਦੂਰ ਹੈ ਉਦੋਂ ਕਿੰਨਾ ਜ਼ੋਰ ਲਾਉਣਾ, ਤੁਸੀਂ ਪੂਰੀ ਖਿੱਚ ਕੇ ਮਾਰ ਦਿਓ, ਕੰਮ ਲੱਗ ਹੀ ਹੋਵੇ ਉਹ ਵੀ ਗੱਲ ਨਹੀਂ ਬਣਦੀ ਜੀ। ਜਿਹਦੇ ਤੇ ਵਾਰ ਕਰਨਾ, ਕਿੰਨੀ ਦੂਰੀ ਹੈ, ਕਿਵੇਂ ਵਾਰ ਕਰਨਾ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਗੱਲ ਹੀ ਸਿਖਾਈ ਹੈ ਜੀ। ਹਾਂਜੀ। ਖੜਗ ਪ੍ਰਹਾਰ ਨਿਸਪਰਗ ਹੈ, ਤਨ ਬਚਾਵ ਕਰ ਦਾਵ। ਕਹਿਣ ਲੱਗੇ ਢਾਲ ਫੜ ਕੇ ਆਪਣੇ ਸਰੀਰ ਦਾ ਬਚਾਅ ਕਰਦਿਆਂ ਹੋਇਆ ਖੜਗ ਕਿਵੇਂ ਚਲਾਉਣੀ ਹੈ, ਇਹ ਵੀ ਵਾਰ ਦੱਸਿਆ ਬਾਬਾ ਜੀ ਨੇ। ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਤੇਗਾ ਪਿਆ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਜਾ ਕੇ ਦਰਸ਼ਨ ਕਰ ਲਿਓ, ਕਿੱਡਾ ਵੱਡਾ ਤੇਗਾ ਮਹਾਰਾਜ ਦਾ ਜੀ, ਕਿੱਡਾ ਵੱਡਾ। ਐਡਾ ਵੱਡਾ ਤੇਗਾ ਚਲਾਉਣਾ ਹੈ ਜਿਹੜਾ, ਉਹਦੇ ਲਈ ਵੀ ਤਾਂ ਜਾਚ ਚਾਹੀਦੀ ਨਾ। ਉਹ ਸਾਰਾ ਕੁਝ ਹੀ ਬਾਬਾ ਬੁੱਢਾ ਸਾਹਿਬ ਦੱਸਦੇ ਆ। ਇਤ ਉਤ ਹੋਵਨ ਸਮੁਖ ਪੁੰਨ, ਗਨ ਸ਼ਤਰੁਨ ਕਰ ਘਾਵ। ਫਿਰ ਸਾਹਮਣੇ ਆ ਕੇ ਵਾਰ ਕਿਵੇਂ ਕਰਨਾ, ਵੈਰ ਵੈਰੀ ਦਾ ਨਾਸ਼ ਕਿਵੇਂ ਕਰਨਾ, ਕਿੱਥੇ ਮਾਰਿਆ ਤਤਕਾਲ ਹੀ ਬੰਦਾ ਮਰਦਾ, ਇਹ ਸਾਰੀਆਂ ਗੱਲਾਂ ਬਾਬਾ ਜੀ ਦੱਸ ਰਹੇ ਨੇ। ਬਸ ਮਹਾਰਾਜ ਹਾਂ ਹੀ ਕਰਦੇ, ਪਤਾ ਤੇ ਸਾਰਾ ਕੁਝ ਪਹਿਲਾਂ ਹੀ ਹੈਗਾ ਜੀ ਉਹਨਾਂ ਨੂੰ। ਹਾਂਜੀ। ਸਵਈਆ
ਹੁਣ ਮਹਾ ਅਸਵਾਰ ਤੁਰੰਗਮ ਦੀਰਗ ਸ਼ਾਲ ਕੁਦਾਏ ਭਜਾਵੈ। ਵਾਹ ਜੀ ਵਾਹ, ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ ਲੈ ਗਏ ਖੁੱਲੇ ਮੈਦਾਨ 'ਚ ਹਰਗੋਬਿੰਦ ਸਾਹਿਬ ਜੀ ਨੂੰ, ਤੇ ਫਿਰ ਵੱਡੇ ਇੱਕ ਘੋੜੇ ਵੀ ਬੜੇ ਤਰ੍ਹਾਂ ਦੇ ਆ ਨਾ। ਉੱਚਾ ਜਿਹੜਾ ਘੋੜਾ ਹੁੰਦਾ ਹੈ ਨਾ, ਕਿਵੇਂ ਛਾਲ ਮਾਰ ਕੇ ਕੁੱਦ ਕੇ ਉਹਦੇ ਉੱਤੇ ਚੜ੍ਹਨਾ, ਕਿਵੇਂ ਉਹਨੂੰ ਭਜਾਉਣਾ, ਕਿਵੇਂ ਉਹਨੂੰ ਰੋਕਣਾ, ਇਹ ਸਾਰੀ ਵਿੱਦਿਆ ਦਿੱਤੀ ਹੈ ਜੀ, ਸਾਰੀ ਵਿੱਦਿਆ ਦਿੱਤੀ। ਜਿਹੜੇ ਕਦੀ ਘੋੜੇ ਤੇ ਨਹੀਂ ਨਾ ਬੈਠੇ, ਤੇ ਜਦੋਂ ਵਿਆਹ ਵਾਲੇ ਦਿਨ ਲਾੜੇ ਬਣ ਕੇ ਘੋੜੀ ਤੇ ਚੜ੍ਹਦੇ ਆ, ਘੋੜੇ ਤੇ ਚੜ੍ਹਦੇ ਹੈ, ਉਹਨਾਂ ਨੂੰ ਨੀਚੇ ਆਉਂਦਾ ਕਿਵੇਂ ਚੜ੍ਹਨਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਪੈਰ ਕਿੱਥੇ ਰੱਖਣਾ। ਫਿਰ ਇੱਕ ਵਾਰੀ ਪੂਰਾ ਸਾਧ ਸੰਗਤ ਦੀ ਘੋੜੇ ਤੇ ਉਹਦੇ ਸਾਧ ਸੰਗਤ ਭਾਰ ਪਾ ਕੇ ਕਿਵੇਂ ਉਹਨੂੰ ਬੈਲੈਂਸ ਰੱਖਣਾ, ਕਿਵੇਂ ਲਗਾਮ ਖਿੱਚ ਕੇ ਉਹਨੂੰ ਤੋਰਨਾ ਜਾਂ ਬ੍ਰੇਕ ਲਾਉਣੀ, ਕੀ ਪਤਾ ਹੈ ਸਾਨੂੰ। ਬਾਬਾ ਬੁੱਢਾ ਸਾਹਿਬ ਸਾਰੀਆਂ ਹੀ ਗੱਲਾਂ ਦੱਸਦੇ ਜੀ ਹਰਗੋਬਿੰਦ ਸਾਹਿਬ ਜੀ ਨੂੰ। ਹਾਂਜੀ। ਫੇਰਨ ਮੰਡਲ ਕਿਰ ਪ੍ਰਮਾਵਨ ਲੈਬਰ ਛਾਕਰ ਔਰ ਚਲਾਵੈ। ਕਹਿਣ ਲੱਗੇ ਗੋਲਾਕਾਰ ਫੇਰ ਕੇ ਘੋੜੇ ਨੂੰ, ਹੱਥ 'ਚ ਬਰਛਾ ਫੜ ਕੇ ਬਰਛਾ ਘਮਾਉਣਾ, ਫਿਰ ਵੈਰੀ ਨੂੰ ਮਾਰਨਾ। ਇਹ ਗੱਲ ਵੀ ਬਾਬਾ ਬੁੱਢਾ ਸਾਹਿਬ ਸਾਰੀ ਆਪ ਦੱਸਦੇ। ਹਰਗੋਬਿੰਦ ਸਾਹਿਬ ਤਤਕਾਲ ਹੀ ਸਿੱਖੀ ਜਾਂਦੇ ਸੀ ਸਾਰਾ ਕੁਛ ਜੀ। ਉਹ ਜਦੋਂ ਮਹੱਲਾ ਹੁੰਦਾ ਹੈ ਤੇ ਵੇਖੋ ਜਾ ਕੇ 5-5 ਘੋੜਿਆਂ ਤੇ ਇੱਕੋ ਹੀ ਨਿਹੰਗ ਸਿੰਘ ਜਿਹੜਾ 5-5 ਘੋੜਿਆਂ ਨੂੰ ਇਕੱਠਿਆਂ ਇੱਕ ਸਾਰ ਭਜਾਉਂਦਾ ਹੈ ਜੀ ਉੱਤੇ ਚੜ੍ਹ ਕੇ। ਕਈ 2 ਘੋੜਿਆਂ ਨੂੰ ਇਕੱਠਿਆਂ ਭਜਾਉਂਦੇ ਆ ਇੱਕ ਸਰੀਰ ਦੀ, ਤੇ ਫਿਰ ਉਹ ਕਿੱਲਾ ਗੱਡਿਆ ਹੁੰਦਾ, ਦੂਰੋਂ ਲਿਆਉਣਾ ਬਰਛਾ, ਘੋੜਾ ਪੂਰੀ ਤੇਜ਼ੀ 'ਚ ਆਉਂਦਾ, ਕਿੱਲੇ ਨੂੰ ਪੁੱਟਣਾ ਹੁੰਦਾ ਹੈ ਬਰਛੇ ਦੇ ਨਾਲ। ਸਾਧ ਸੰਗਤ ਜੀ ਉਹ ਬੜੇ ਜ਼ੋਰ ਦਾ ਕੰਮ ਹੈ। ਉਹ ਸਾਰੀ ਟ੍ਰੇਨਿੰਗ ਬਾਬਾ ਬੁੱਢਾ ਸਾਹਿਬ ਦਿੰਦੇ ਆ ਜੀ। ਹਾਂਜੀ। ਹੱਥ ਤੁਫੰਗ ਗਹਿ ਕਰ ਤਿਆਰ ਪਲਾਵਤ ਜਤ ਛੁਟੇ ਰਿਪ ਘਾਵੈ। ਗੱਜ ਕੇ ਆਖੋ ਵਾਹਿਗੁਰੂ। ਹੱਥ ਵਿੱਚ ਬੰਦੂਕ ਕਿਵੇਂ ਫੜਨੀ, ਹਾਥ ਤੁਫੰਗ ਗਹਿ ਕਰ ਤਿਆਰ, ਬੰਦੂਕ ਫੜ ਕੇ ਤਿਆਰ ਕਰਕੇ ਦੌੜਦੇ ਜਾਂਦੇ ਵੈਰੀ ਨੂੰ ਕਿਵੇਂ ਮਾਰਨਾ, ਕਿਵੇਂ ਨਿਸ਼ਾਨਾ ਲਾਉਣਾ, ਉਹ ਵੀ ਬਾਬਾ ਬੁੱਢਾ ਸਾਹਿਬ ਦੱਸਦੇ ਆ ਜੀ। ਹਾਂਜੀ। ਔਰ ਜਿਤੇ ਇਤਿਆਦਿਕ ਜੋ ਬਾਰ ਦੇਤ ਭਇਓਸ ਕਰੇ ਬਿਨ ਆਵੈ। ਕਹਿਣ ਲੱਗੇ ਫਿਰ ਬਾਬਾ ਬੁੱਢਾ ਸਾਹਿਬ ਇੱਕ ਇੱਕ ਵਾਰ ਆਪ ਕਰਕੇ ਸਾਰਾ ਕੁਝ ਦੱਸਦੇ ਆ, ਨਾਲੇ ਵਰ ਦਿੰਦੇ ਆ, ਬਿਨਾਂ ਸਿਖਾਇਆ ਹੀ ਸਾਰਾ ਕੁਝ ਆਪੇ ਹੀ ਆਈ ਜਾਂਦਾ ਹੈ ਜੀ। ਇੱਕ ਵਾਰੀ ਦੱਸਦੇ ਆ, ਕਹਿੰਦੇ ਕਰਕੇ ਵਿਖਾਓ, ਹਰਗੋਬਿੰਦ ਸਾਹਿਬ ਉਸੇ ਵੇਲੇ ਬਿਲਕੁਲ ਸਹੀ ਕਰਕੇ ਵਿਖਾਉਂਦੇ ਆ ਜੀ, ਉਸੇ ਵੇਲੇ ਜੀ। ਨਹੀਂ ਤਾਂ ਬੜਾ ਬੜਾ ਚਿਰ ਸਾਧ ਸੰਗਤ ਜੀ ਬੰਦੇ ਨੂੰ ਬਰਛਾ ਹੀ ਘਮਾਉਣਾ ਨਹੀਂ ਆਉਂਦਾ ਜੀ। ਹਾਂਜੀ। ਦਿਵਸ ਪ੍ਰਤੀ ਹਰ ਗੋਬਿੰਦ ਚੰਦ ਬਿਲੰਦ ਸਰੀਰ ਆਨੰਦ ਬ੍ਰਿਤਾਵੈ। ਤੇ ਬਾਬਾ ਬੁੱਢਾ ਸਾਹਿਬ ਫਿਰ ਹਰਗੋਬਿੰਦ ਸਾਹਿਬ ਜੀ ਨੂੰ ਵਰ ਦੇ ਰਹੇ, ਕਹਿੰਦੇ ਬਾਬਾ ਹਰਗੋਬਿੰਦ ਜੀ ਤੁਹਾਡਾ ਸਰੀਰ ਬੜਾ ਵੱਡਾ ਹੋਣਾ, ਕਹਿਣ ਲੱਗੇ ਬੜਾ ਆਨੰਦ ਵਧਣਾ। ਹਾਂਜੀ। ਨੰਦਨ ਕੋ ਪਿਖ ਗੰਗ ਉਮੰਗਤ ਆਪ ਸੁਨੈ ਨਿਜ ਪਾਸ ਪੜਾਵੈ। ਤੇ ਮਾਤਾ ਗੰਗਾ ਜੀ ਵੀ ਕਦੀ ਕਦੀ ਫਿਰ ਘਰ 'ਚ ਲੈ ਕੇ ਆਉਂਦੇ ਆ। ਬਹੁਤਾ ਸਮਾਂ ਤੇ ਬਾਬਾ ਜੀ ਕੋਲ ਹੀ ਗੁਰੂ ਹਰਗੋਬਿੰਦ ਸਾਹਿਬ ਰਹਿੰਦੇ ਆ। ਫਿਰ ਮਾਤਾ ਗੰਗਾ ਜੀ ਜਦੋਂ ਲੈ ਕੇ ਆਉਂਦੇ, ਮੈਨੂੰ ਆਹ ਪੜ੍ਹ ਕੇ ਸੁਣਾਓ, ਮਹਾਰਾਜ ਪੜ੍ਹ ਕੇ ਸੁਣਾ ਦਿੰਦੇ। ਬੜਾ ਚਾਅ ਹੁੰਦਾ ਨਾ ਮਾਂ ਪਿਓ ਨੂੰ, ਕੋਈ ਆਵੇ ਇਹਨੂੰ ABC ਸੁਣਾ ਵੀ, ਗੱਜ ਕੇ ਆਖੋ। ਉਹ ਮਾਤਾ ਜੀ ਚਾਅ ਕਰਦੇ ਆ, ਜਿਹੜਾ ਕਹਿੰਦੇ ਆ ਆਹ ਪੜ੍ਹ ਕੇ ਸੁਣਾਓ, ਮਹਾਰਾਜ ਤਤਕਾਲ ਹੀ ਸੁਣਾ ਦਿੰਦੇ ਆ। ਹਾਂਜੀ। ਗੋਦ ਬਿਠਾਏ ਪ੍ਰਮੋਦਤ ਹੈ ਅਤ ਪ੍ਰੇਮ ਵਧਿਓ ਸੁਨ ਕੈ ਬਲ ਜਾਵੈ। ਸਾਧ ਸੰਗਤ ਜੀ ਗੋਦ 'ਚ ਬਿਠਾ ਲੈਂਦੇ ਆ। ਪ੍ਰਮੋਦਤ, ਪ੍ਰਮੋਦਤ ਦਾ ਅਰਥ ਹੁੰਦਾ ਬਹੁਤ ਹੀ ਖੁਸ਼ ਹੋਣਾ ਜੀ, ਬਹੁਤ ਹੀ ਖੁਸ਼ ਹੋਣਾ। ਮਾਤਾ ਗੰਗਾ ਜੀ ਗੋਦ 'ਚ ਬਿਠਾ ਲੈਂਦੇ ਆ, ਭਾਵੇਂ ਥੋੜਾ ਸਰੀਰ ਵੱਡਾ ਵੀ ਹੋ ਰਿਹਾ, ਪਰ ਮਾਂ ਵਾਸਤੇ ਤਾਂ ਪੋਤੀ ਹੈ ਨਾ ਜੀ। ਕੋਲ ਬਿਠਾ ਲੈਣਾ, ਪ੍ਰੇਮ ਬੜਾ ਵੱਧ ਜਾਂਦਾ ਹੈ, ਬਲਿਹਾਰ ਹੀ ਜਾਂਦੇ ਬਾਰ ਬਾਰ ਵੇਖ ਵੇਖ ਕੇ, ਦਰਸ਼ਨ ਕਰ ਕਰਕੇ। ਚਾਹਤ ਹੈ ਕੁਸ਼ਲੀ ਸੁਤ ਕੀ। ਬਸ ਇਹੋ ਹੀ ਚਾਹੁੰਦੇ ਆ ਮੇਰੇ ਪੁੱਤਰ ਦੀ ਸਦਾ ਕੁਸ਼ਲਤਾ ਹੀ ਬਣੀ ਰਵੇ, ਇਹ ਰਾਜੀ ਰਹਿਣ ਸਦਾ। ਮਾਵਾਂ ਚਾਹੁੰਦੀਆਂ ਹੀ ਇਹ ਨੇ। ਹਾਂਜੀ।
ਗੁਰ ਨਾਨਕ ਨਾਮ ਲੈ ਸੀਸ ਝੁਕਾਵੈ। ਲਓ ਇਹ ਕੰਮ ਸਾਰੇ ਹੀ ਕਰ ਦਿਓ। ਦੁਬਾਰਾ ਪੜੋ ਪੰਗਤੀ। ਗੁਰ ਨਾਨਕ ਨਾਮ ਲੈ ਸੀਸ ਝੁਕਾਵੈ। ਹੱਥ ਜੋੜੋ, ਸਿਰ ਝੁਕਾਓ, ਕਹੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਇਸ ਤਰ੍ਹਾਂ ਥੋੜੀ ਗੱਜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ, ਮਾਤਾ ਗੰਗਾ ਜੀ, ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਅਰਦਾਸ ਕਰਦੇ ਹੋਇਆ ਸਿਰ ਝੁਕਾਉਂਦੇ, ਮਹਾਰਾਜ ਸੁੱਖ ਰੱਖਿਓ, ਮਿਹਰ ਰੱਖਿਓ ਮਹਾਰਾਜ। ਹਾਂਜੀ। ਦੋਹਰਾ। ਇਮ ਦਿਨ ਪ੍ਰਤ ਉਤਸ਼ਾਹ ਜੁਤ ਬਦਤ ਸਰੀਰ ਬਿਲੰਦ। ਇਸ ਤਰੀਕੇ ਨਾਲ ਦਿਨੋਂ ਦਿਨ ਉਤਸ਼ਾਹ ਵੀ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ, ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ, ਸਿੱਖਾਂ ਦੇ ਅੰਦਰ, ਹਰਗੋਬਿੰਦ ਸਾਹਿਬ ਜੀ ਨੂੰ ਸਿੱਖਦਿਆਂ ਵੇਖ ਕੇ ਦਿਨੋਂ ਦਿਨ ਫਿਰ ਸਰੀਰ ਵੀ ਵੱਡਾ ਹੋ ਰਿਹਾ ਹੈ ਜੀ। ਹਾਂਜੀ। ਮਾਤਾ ਪਿਤਾ ਚਕੋਰ ਸਮ ਸ੍ਰੀ ਹਰਗੋਬਿੰਦ ਚੰਦ। ਕਹਿੰਦੇ ਮਾਤਾ ਪਿਤਾ ਚਕੋਰ ਵਾਂਗ ਆਪਣੇ ਚੰਦ ਰੂਪੀ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖਦੇ ਹੈ, ਪਿਆਰ ਕਰਦੇ। ਮਹਾਰਾਜ ਤਾਂ ਧੁਰੋਂ ਹੀ ਸਾਧ ਸੰਗਤ ਜੀ ਸਭ ਕੁਝ ਸਿੱਖੇ ਸਿਖਾਏ ਆਏ ਹਨ। ਬਾਬਾ ਜੀ ਨੇ ਤਾਂ ਆਪ ਹੀ ਮੁੱਖੋਂ ਕਿਹਾ ਸੀ ਵੀ ਮੈਂ ਤੇ ਤੁਹਾਨੂੰ ਉੱਤੋਂ ਉੱਤੋਂ ਸਿਖਾ ਰਿਹਾ, ਆਉਂਦਾ ਤੇ ਤੁਹਾਨੂੰ ਸਭ ਕੁਝ ਧੁਰੋਂ ਹੀ ਹੈ ਜੀ। ਰੱਬੀ ਪੁਰਸ਼ਾਂ ਨੂੰ ਬੰਦਾ ਸਿਖਾਉਂਦਾ ਸਿਖਾਉਂਦਾ ਆਪ ਵੀ ਬੜਾ ਕੁਝ ਸਿੱਖ ਜਾਂਦਾ ਜੀ। ਬਾਬਾ ਬੁੱਢਾ ਸਾਹਿਬ ਤਾਂ ਪਹਿਲਾਂ ਹੀ ਬ੍ਰਹਮ ਗਿਆਨੀ ਹਨ ਜੀ। ਸੋ ਇਸ ਤਰੀਕੇ ਨਾਲ ਕਹਿੰਦੇ 65 ਕੁ ਤਰ੍ਹਾਂ ਦੀ ਵਿੱਦਿਆ ਬਣਦੀ ਹੈ ਜਿਹੜੀ ਬਾਬਾ ਜੀ ਨੇ ਸਿਖਾਈ ਹੈ ਜੀ। 65 ਕੁ ਤਰ੍ਹਾਂ ਦੀ ਵਿੱਦਿਆ, ਕੱਲੀ ਇੱਕੋ ਭਾਸ਼ਾ ਨਹੀਂ ਸਿਖਾਈ ਗਈ, ਕਈ ਭਾਸ਼ਾਵਾਂ ਦੇ ਗਿਆਤਾ ਬਣਾਇਆ ਗਿਆ ਮਹਾਰਾਜ। ਅਰਬੀ, ਫਾਰਸੀ, ਸੰਸਕ੍ਰਿਤੀ, ਗੁਰਮੁਖੀ। ਹਾਂਜੀ। ਉਧਰ ਵੇਖੋ ਨਾ, ਮਿਹਰਬਾਨ ਦੀ ਪੜ੍ਹਾਈ ਬਾਬੇ ਪ੍ਰਿਥੀਏ ਨੇ ਬੜੀ ਕਰਾਈ ਸੀ। ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਵਿਸ਼ਰੀ ਕਰੇ। ਹਿੰਦੀ, ਸੰਸਕ੍ਰਿਤੀ, ਫਾਰਸੀ ਨਾਲੇ ਗੁਰਮੁਖੀ ਪੜ੍ਹੇ। ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਕੋ ਹੀ ਪਾਈ। ਉਹ ਵੀ ਬਾਣੀ ਰਚਣ ਲੱਗ ਪਿਆ ਸੀ, ਉਹਨੂੰ ਇੰਨਾ ਪੜ੍ਹਾਇਆ ਸੀਗਾ। ਇੱਧਰ ਫਿਰ ਵਿੱਦਿਆ ਦੇ ਦਾਤੇ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਇੱਕ ਵਾਰੀ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਤੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਪਾਇਆ ਗੁਰੂ ਅਰਜਨ ਸਾਹਿਬ ਜੀ ਨੇ ਵੀ ਇਹ ਤੁਹਾਡੇ ਹੀ ਨੇ, ਤੁਸੀਂ ਸਿਖਾਉਣਾ ਹੈ। ਬੱਚਾ ਦੇ ਕੇ ਨਾ ਉਸਤਾਦ ਨੂੰ ਤੇ ਮਾਂ ਪਿਓ ਪਿੱਛੋਂ ਫਿਰ ਝਾਕੀਆਂ ਨਾ ਹੀ ਮਾਰੇ ਤੇ ਚੰਗਾ ਹੁੰਦਾ ਹੈ ਜੀ। ਹਾਂਜੀ। ਵੀ ਕੀ ਹੋ ਗਿਆ, ਸਾਡੇ ਪੁੱਤਰ ਨੂੰ ਕਿਹਾ ਤੇ ਨਹੀਂ ਕੁਛ, ਸਾਡੀ ਧੀ ਰਾਣੀ ਨੂੰ ਕਿਹਾ ਤੇ ਨਹੀਂ ਕੁਛ ਮੈਡਮ ਨੇ। ਉਹ ਫਿਰ ਲਾਡਾਂ ਲਾਡਾਂ ਵਿੱਚ ਕੰਮ ਵਿਗੜ ਵੀ ਜਾਂਦਾ ਹੈ ਜੀ, ਵਿਗੜ ਵੀ ਜਾਂਦਾ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਬਾਬਾ ਬੁੱਢਾ ਜੀ ਦੀ, ਇਹ ਤੇ ਵੱਖਰੀ ਗੱਲ ਹੈ ਨਾ। ਇਹ ਤੇ ਮਹਾਰਾਜ ਬਹੁਤ ਵੱਡੀਆਂ ਗੱਲਾਂ ਨੇ ਨਾ। ਉਂਝ ਵੀ ਸਾਧ ਸੰਗਤ ਜੀ, ਹੋਰ ਭਾਵੇਂ ਕੁਝ ਪੜ੍ਹਾਵੋ ਨਾ ਪੜ੍ਹਾਵੋ, ਗੁਰਬਾਣੀ ਜ਼ਰੂਰ ਪੜ੍ਹਾਵੋ ਜੀ। ਆਸਾ ਦੀ ਵਾਰ ਸਾਡੇ ਬੱਚੇ ਨੂੰ ਸ਼ੁੱਧ ਪੜ੍ਹਨੀ ਆਉਂਦੀ ਹੈ। ਸੁਖਮਣੀ ਸਾਹਿਬ ਸ਼ੁੱਧ ਪੜ੍ਹਨਾ ਆਉਂਦਾ। ਤੇ ਜੇ ਕਿਤੇ ਉਸਤਾਦ ਨੇ ਮਾੜੀ ਜੀ ਝਿੜਕ ਮਾਰ ਦਿੱਤੀ ਹੈ ਤੇ ਫਿਰ ਕਹਿਣਾ ਜੀ ਲਓ ਜੀ ਸਾਡੇ ਬੱਚੇ ਨੂੰ ਇਹਨਾਂ ਨੇ ਇੰਝ ਆਖਿਆ। ਫਿਰ ਉਹੋ ਜਿਹੇ ਬੱਚੇ ਨਹੀਂ ਤਰੱਕੀ ਕਰਦੇ ਜੀ। ਕਿਉਂ? ਇੱਥੇ ਕਿਹੜਾ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਸਾਰੇ। ਖੱਜ ਕੇ ਆਖੋ ਵਾਹਿਗੁਰੂ। ਬਿਨਾਂ ਪੜ੍ਹਾਇਆ ਹੀ ਇਹਨਾਂ ਨੂੰ ਆ ਜਾਣਾ, ਪੜ੍ਹਨਾ ਪੈਂਦਾ ਹੈ, ਕਿਸੇ ਦੇ ਕੋਲ ਬਹਿਣਾ ਪੈਂਦਾ ਹੈ। ਗੁਰਮੁਖਾਂ ਨੇ ਮੈਨੂੰ ਬਚਨ ਸੁਣਾਇਆ, ਕਹਿੰਦੇ ਮੈਂ ਜਿਸ ਉਸਤਾਦ ਕੋਲੋਂ ਬਾਣੀ ਸਿੱਖਦਾ ਸਾਂ, ਕਹਿੰਦੇ ਇੱਕ ਸ਼ਬਦ ਨੂੰ ਪੜ੍ਹਾ ਕੇ 100 ਵਾਰ ਕਹਿੰਦੇ ਸੀਗੇ ਇਸ ਸ਼ਬਦ ਨੂੰ ਪੜ੍ਹ ਕੇ ਯਾਦ ਕਰੋ, ਫਿਰ ਅਗਲਾ ਸ਼ਬਦ ਪੜ੍ਹਾਵਾਂਗੇ। ਕਿੰਨੀ ਵੱਡੀ ਵਿੱਦਿਆ ਹੈ ਜੀ। ਸਹਿਸ ਗੁਣਾ ਵਿੱਦਿਆ ਵਧੇ, ਪੁਨਾ ਪੁਨਾ ਅਭਿਆਸ। ਸਾਰ ਕਿਤਾਬਲੀ ਗ੍ਰੰਥ 'ਚ ਲਿਖਿਆ, ਕਹਿੰਦੇ ਹਜ਼ਾਰਾਂ ਗੁਣਾ ਵਿੱਦਿਆ ਵੱਧਦੀ ਹੈ ਜੇ ਬਾਰ-ਬਾਰ ਉਹਦਾ ਅਭਿਆਸ ਕਰੀਏ, ਬਾਰ-ਬਾਰ ਪੜ੍ਹੀਏ ਤੇ ਵਿੱਦਿਆ ਵੱਧਦੀ। ਵਿਖ ਵਿੱਦਿਆ ਅਭਿਆਸ ਬਿਨ, ਭੋਜਨ ਗਰਲ ਅਗਾਏ।
ਕਹਿੰਦੇ ਆ ਜਿਹੜੀ ਵਿਦਿਆ ਪੜ੍ਹ ਕੇ ਅਭਿਆਸ ਨਾ ਕਰੋ, ਰਿਵਾਈਜ਼ ਨਾ ਕਰੋ, ਉਹ ਜ਼ਹਿਰ ਦੀ ਨਿਆਈ ਬਣ ਜਾਂਦੀ ਹੈ। ਉਹ ਜ਼ਹਿਰ ਦੀ ਨਿਆਈ ਬਣ ਜਾਂਦੀ। ਵਿਦਿਆ ਕਿਹੜਾ ਕਿਹੜਾ ਬੰਦਾ ਪੜ੍ਹ ਸਕਦਾ, ਕਿਹੜਾ ਨਹੀਂ ਪੜ੍ਹ ਸਕਦਾ। ਸੁਖੀ, ਵਿਆਦੀ, ਆਲਸੀ, ਕੁਮਤ, ਰਸਕ ਬਹੁ ਸੋਏ, ਤਿਹ ਅਧਿਕਾਰ ਨਾ ਸ਼ਾਸਤਰ ਕੋ, ਖਟ ਦੋਖੀ ਜਨ ਜੋਏ। ਜਿਹੜਾ ਬਹੁਤਾ ਸੁਖੀ ਹੈ, ਮਾਂ ਪਿਓ ਨੇ ਲਾਡਾ ਨਾ ਰੱਖਿਆ, ਸਾਡਾ ਪੁੱਤ ਸਾਡਾ ਪੁੱਤ, ਵਿਦਿਆ ਨਹੀਂ ਪੜ੍ਹ ਸਕਦਾ। ਸੁਖੀ, ਵਿਆਦੀ, ਆਲਸੀ, ਰੋਗੀ ਬੰਦਾ ਵੀ ਨਹੀਂ ਪੜ੍ਹ ਸਕਦਾ। ਸਦਾ ਸੁੱਤਾ ਹੀ ਰਹਿਣਾ, ਉਹ ਵੀ ਵਿਦਿਆ ਨਹੀਂ ਪੜ੍ਹ ਸਕਦਾ। ਸੁਖੀ, ਵਿਆਦੀ, ਆਲਸੀ, ਕੁਮਤ, ਭੈੜੀ ਮੱਤ ਵਾਲਾ, ਉਸਤਾਦ ਨੂੰ ਹੀ ਅੱਖਾਂ ਵਿਖਾਈ ਜਾਵੇ ਜੀ, ਗੱਜ ਕੇ ਵਾਹਿਗੁਰੂ। ਨਹੀਂ, ਉਹ ਵੀ ਗੱਲ ਨਹੀਂ ਬਣਨੀ। ਕੁਮਤ, ਰਸਕ ਬਹੁਤ ਸੋਏ, ਚਸਕਾਲੂ ਬੰਦਾ, ਬਹੁਤਾ ਸੌਣ ਵਾਲਾ, ਆਲਸੀ, ਪੋਥੀ ਚੁੱਕ ਕੇ ਨਹੀਂ ਜਿਹੜਾ ਰਾਜੀ, ਉਹ ਵਿਦਿਆ ਕੀ ਪੜ੍ਹੇਗਾ ਜੀ। ਲੜਾਕਾ ਬੰਦਾ, ਇਹ ਵਿਦਿਆ ਨਹੀਂ ਪੜ੍ਹ ਸਕਦੇ ਕਹਿੰਦੇ। ਸੋ ਵਿਦਿਆ ਪਰਮੇਸ਼ਰ ਦੀ ਦਾਤ ਹੈ। ਆਪਣੇ ਬੱਚਿਆਂ ਨੂੰ ਜ਼ਰੂਰ ਗੁਰਬਾਣੀ ਦੀ ਵਿਦਿਆ ਦਿਓ ਸਾਧ ਸੰਗਤ ਜੀ। ਭਾਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਪੜ੍ਹਨ ਦੀ ਲੋੜ ਨਹੀਂ ਹੈ, ਪਰ ਫਿਰ ਵੀ ਮਹਾਰਾਜ ਦੁਨਿਆਵੀ ਕਾਰਵਾਈ, ਦੁਨਿਆਵੀ ਵਿਦਿਆ, ਦੁਨਿਆਵੀ ਮਰਿਆਦਾ ਪੂਰੀ ਕਰ ਰਹੇ ਨੇ। ਤੇ ਸੁਣੇ ਜਪਜੀ ਸਾਹਿਬ ਬੱਚਿਆਂ ਕੋਲ ਸੁਣ ਲਓ, ਕਿਸੇ ਨੇ ਸ਼ੁੱਧ ਨਹੀਂ ਸੁਣਾਉਣਾ ਜੀ। ਵੱਡਿਆਂ ਨੂੰ ਸੁਣ ਲਓ, ਉਹਨਾਂ ਨੂੰ ਨਹੀਂ ਪਤਾ ਲੱਗਣਾ, ਕਿਉਂਕਿ ਧਿਆਨ ਨਹੀਂ ਦਿੰਦੇ। ਧਿਆਨ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ, ਗੁਰਬਾਣੀ ਕੋ ਸ਼ੁੱਧ ਪੜ੍ਹੇ ਤੁਰਤ ਰਿਦਾ ਸੁਧ ਹੋਏ। ਬਾਣੀ ਪੜ੍ਹੋ ਸ਼ੁੱਧ ਗੁਰ ਘੇਰੀ, ਸਤਿਗੁਰੂ ਜੀ ਦੀ ਬਾਣੀ ਸ਼ੁੱਧ ਪੜ੍ਹਿਆ ਕਰੋ ਕਹਿਣ ਲੱਗੇ। ਸੋ ਮਹਾਰਾਜ ਕਿਰਪਾ ਕਰਨ, ਸਮਾਂ ਹੋ ਗਿਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ।